नानक पाद पंकज बंदन पाद सिमरो अंगद अमरदास हृदय नित हृदय श्री गुरु रामदास गुरु अर्जन बेघनन बेघनन हर गोबिंद शुभ मत श्री हर राय नमो कर जोरी नमो श्री हर कृष्ण मनाओ तेग बहादुर वाहिगुरु श्री गुरु गोबिंद तरो तरा पर पुन पुन वाहिगुरु पुन बंदो बार बार जगदीसा एकंकार सतगुरु तेह प्रसाद सच होए वाहिगुरु जी की फतेह बेघन विनाशन सोए जिसमें है अमृत ज्ञान है मानक भगत वैराग गुरु ग्रंथ साहिब उदद बंदो कर अनुराग गुरु ग्रंथ साहिब उदद बंदो कर अनुराग सतनाम श्री वाहिगुरु साहिब जीओ चौपाई तब सिंधी बोलियो युत प्रीति तुमने परचे मिल के पल रीति मकसद मोरो ना हासिल होया आए प्रथम जो बचन बगोया वाहिगुरु जी का खालसा वाहिगुरु जी की फतेह। धन धन गुरुदेव जिस संग हर जपे गुरु कृपाल जपे ताप गुण सब छपे ऐसे करण कारण भगत वचल कृपा निधान अनाथ नाथ जगत गुरु श्री गुरु ग्रंथ साहिब जी महाराज जी की पावन पवित्र हजूरी च जुड़ बैठी गुरु की साजी और नवाजी हुई गुरु का खास रूप गुरु खालसा साध संगत जीओ धनता दे पात्र हो संध्या वेले दे सजे हुए दीवाना च इकत्र हो के श्रोमणी भगत भगत कबीर जी महाराज जी का पावन पवित्र जन्म दिहाड़ा बहुत ही श्रद्धा भावना अदब सत्कार सहित मनाउणा कर रहे हो। अज दे दिन बनारस की धरती ते काशी विखे महाराज भगत कबीर जी प्रगट होए। भाई नीरू नाम दे जुलाहे दे घर विच महाराज भगत कबीर जी की परवरिश होई। बचपन तो ही निरंकार अकाल पुरख वाहिगुरु परमेश्वर की भगती के रंग विच तदाकार हन। भगती करदियां करदियां निरंकार परमेश्वर के स्वरूप विच अभेद हो गए हन।
ਭਗਤ ਕਬੀਰ ਜੀ ਦੀ ਸੋਭਾ ਪੂਰੇ ਬਨਾਰਸ ਦੇ ਵਿੱਚ ਪ੍ਰਗਟ ਹੈ। ਸਮੇਂ ਦੇ ਕੁਝ ਬ੍ਰਾਹਮਣਾਂ ਨੇ ਕੱਟੜਤਾ ਰੱਖ ਕੇ ਹਿਰਦੇ ਵਿੱਚ ਦਵੈਸ਼ ਭਾਵ ਰੱਖ ਕੇ ਕਬੀਰ ਜੀ ਨਾਲ ਕਈ ਵਾਰੀ ਚਰਚਾ ਕੀਤੀ, ਪਰ ਮਹਾਰਾਜ ਭਗਤ ਕਬੀਰ ਜੀ ਦੇ ਸਨਮੁਖ ਕਿਸੇ ਬ੍ਰਾਹਮਣ ਨੂੰ ਕੋਈ ਜਵਾਬ ਨਹੀਂ ਸੀ ਔੜਦਾ। ਕਬੀਰ ਜੀ ਦੀਆਂ ਸ਼ਿਕਾਇਤਾਂ ਸਮੇਂ ਦੇ ਬਾਦਸ਼ਾਹ ਕੋਲ ਕੀਤੀਆਂ ਗਈਆਂ, ਪਰ ਉਹ ਬਾਦਸ਼ਾਹ ਵੀ ਕਬੀਰ ਜੀ ਦੇ ਚਰਨੀ ਢਹਿ ਪਿਆ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਸਰਬ ਸ਼੍ਰੋਮਣੀ ਹੈ। ਗਿਆਨ ਦੇ ਨਾਲ ਜੇ ਭਗਤੀ ਨਹੀਂ ਹੈ ਤਾਂ ਉਹ ਗਿਆਨ ਕੇਵਲ ਜੀਵ ਦੇ ਹਿਰਦੇ ਨੂੰ ਹੰਕਾਰੀ ਬਣਾ ਦਿੰਦਾ ਹੈ। ਭਗਤੀ ਸਹਿਤ ਕੀਤਾ ਗ੍ਰਹਿਣ ਕੀਤਾ ਗਿਆ ਗਿਆਨ ਜੀਵ ਨੂੰ ਬੰਧਨ ਮੁਕਤ ਕਰ ਦਿੰਦਾ ਹੈ, ਮੋਕਸ਼ ਦਾ ਅਧਿਕਾਰੀ ਬਣਾ ਦਿੰਦਾ ਹੈ। ਮਹਾਰਾਜ ਭਗਤ ਕਬੀਰ ਜੀ ਨੇ ਬਹੁਤ ਸਾਰੇ ਸ਼ਬਦ ਅਕਾਲ ਪੁਰਖ ਪਰਮੇਸ਼ਰ ਦੀ ਸਿਫਤ ਵਿੱਚ ਉਚਾਰਨ ਕੀਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਮਹਾਰਾਜ ਭਗਤ ਕਬੀਰ ਜੀ ਦੇ 15 ਭਗਤਾਂ ਵਿੱਚੋਂ ਭਗਤ ਕਬੀਰ ਜੀ ਦਾ ਪਹਿਲਾ ਸਥਾਨ ਹੈ। ਕਬੀਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਹਿੰਗੀਆਂ ਬਾਣੀਆਂ ਵਿੱਚੋਂ ਹੈ, ਕਿਉਂਕਿ ਭਗਤ ਕਬੀਰ ਜੀ ਮਹਾਰਾਜ ਸਥੂਲ ਯੋਗ ਨਾਲੋਂ ਸੂਖਸ਼ਮ ਯੋਗ ਦਾ ਵਰਣਨ ਵੱਧ ਕਰਦੇ ਹਨ। ਸੂਖਸ਼ਮ ਯੋਗ ਜਿਹੜਾ ਹੈ ਉਹ ਗੁਰਮਤਿ ਵਿੱਚ ਸਤਿਗੁਰਾਂ ਨੇ ਸਵੀਕਾਰ ਕੀਤਾ ਹੈ। ਸੂਖਸ਼ਮ ਯੋਗ ਦੀਆਂ ਜਿਹੜੀਆਂ ਡੂੰਘੀਆਂ ਰਮਜਾਂ ਹਨ ਉਹ ਤਦੇ ਸਮਝ ਆਉਂਦੀਆਂ ਹਨ ਜੇ ਅਭਿਆਸ ਵਿੱਚ ਹੋਣ। ਕੇਵਲ ਟੀਕਾ ਪੜ੍ਹ ਕੇ ਜਾਂ ਵਿਆਖਿਆ ਕਰਕੇ ਸ਼ਬਦਾਂ ਦੀ ਸਮਝ ਨਹੀਂ ਪੈਂਦੀ। ਐਸੇ ਡੂੰਘੇ ਸਿਧਾਂਤ ਵਾਲੇ ਸ਼ਬਦ ਭਗਤ ਕਬੀਰ ਜੀ ਨੇ ਉਚਾਰਨ ਕੀਤੇ ਨੇ। ਕਬੀਰ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੀਆਂ ਜਨਮ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿ ਸ੍ਰੀ ਅਕਾਲ। ਕਬੀਰ ਜੀ ਮਹਾਰਾਜ ਜੀ ਨੇ ਨਿਰੰਕਾਰ ਦੀ ਭਗਤੀ ਨੂੰ ਸੰਸਾਰ ਦੇ ਵਿੱਚ ਪ੍ਰਗਟ ਕੀਤਾ। ਭਗਤੀ ਪਰੰਪਰਾ ਭਗਤ ਕਬੀਰ ਜੀ ਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਮੁੱਖ ਸੂਤਰ ਹੈ ਉਹ ਭਗਤੀ ਪਰੰਪਰਾ ਹੈ। ਬਹੁਤ ਸਾਰੇ ਮਤ ਨੇ ਸੰਸਾਰ ਵਿੱਚ, ਮਜ਼ਹਬ ਨੇ, ਫਿਰਕੇ ਨੇ, ਧਰਮ ਨੇ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਮੁੱਖ ਸੂਤਰ ਧਰਮ ਹੈ ਉਹ ਭਗਤੀ ਪਰੰਪਰਾ ਤੇ ਤਹਿਤ ਹੈ। ਕਬੀਰ ਜੀ ਮਹਾਰਾਜ ਜੀ ਦੀ ਬਾਣੀ ਵੀ ਭਗਤੀ ਪਰੰਪਰਾ ਆਧਾਰਿਤ ਹੈ। ਗੁਰੂ ਸਾਹਿਬ ਕਿਰਪਾ ਕਰਨ, ਮਹਾਂਪੁਰਸ਼ਾਂ ਭਗਤਾਂ ਦੀ ਪਾਵਨ ਬਾਣੀ ਸਾਡੇ ਹਿਰਦਿਆਂ ਵਿੱਚ ਵਸੇ। ਲੜੀਵਾਰ ਕਥਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸ ਦੀ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਪਾਤਸ਼ਾਹ ਨੇ ਸਹੁ ਸੁਹਾਗਣ ਦਾ ਪਾਰ ਉਤਾਰਾ ਕੀਤਾ ਹੈ। ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ ਇੱਕ ਸਿੰਧ ਦੇ ਇਲਾਕੇ ਵਿੱਚ ਆਏ ਹਨ, ਜਿੱਥੇ ਗਰੀਬ ਨਵਾਜ ਪਾਤਸ਼ਾਹ ਆਪਣੇ ਮੁਖੋਂ ਬਚਨ ਉਚਾਰਨ ਕਰ ਰਹੇ ਸਨ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ। ਇੱਕ ਸਿੰਧੀ ਸਾਧੂ ਦਾ ਚੇਲਾ ਸੀ, ਜਿਹਨੇ ਜਦੋਂ ਮਹਾਰਾਜ ਜੀ ਦੇ ਮੁਖੋਂ ਇਹ ਗੁਰਮੁਖ ਸ਼ਬਦ ਸੁਣਿਆ ਤੇ ਮਨ 'ਚ ਸੰਦੇਹ ਹੋਇਆ, ਇਹ ਗੁਰਮੁਖ ਕੌਣ ਹਨ, ਇਹ ਗੁਰਮੁਖ ਦਾ ਕੀ ਭਾਵ ਹੈ। ਜਾ ਕੇ ਆਪਣੇ ਪੀਰ ਨੂੰ ਪੁੱਛਿਆ। ਪੀਰ ਕਹਿੰਦਾ ਜਿਨ੍ਹਾਂ ਨੇ ਉਚਾਰਨ ਕੀਤਾ ਉਹਨਾਂ ਨੂੰ ਹੀ ਲਿਆਓ ਬੁਲਾ ਕੇ, ਉਹਨਾਂ ਕੋਲੋਂ ਹੀ ਪੁੱਛੀਏ। ਇਹ ਚੇਲਾ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਆ ਕੇ ਬੇਨਤੀ ਕਰਦਾ, ਮੈਂਡਾ ਪੀਰ ਸਦੈਂਦਾ ਤੋਕੋ। ਮਹਾਰਾਜ ਜੀ ਮੇਰਾ ਪੀਰ ਤੁਹਾਨੂੰ ਸੱਦਦਾ ਹੈ। ਸਤਿਗੁਰੂ ਜੀ ਪੀਰ ਦੇ ਕੋਲ ਆਏ ਹਨ, ਵਾਰਤਾਲਾਪ ਹੋਈ, ਬਚਨ ਬਿਲਾਸ ਹੋਏ। ਉਹ ਚੇਲਾ ਜਿਹੜਾ ਲਾਗੇ ਬੈਠਾ ਸੀ ਕਹਿਣ ਲੱਗਾ, ਜੀ ਮੇਰਾ ਮਸਲਾ ਤਾਂ ਹੱਲ ਨਹੀਂ ਹੋਇਆ, ਤੁਸੀਂ ਤਾਂ ਆਪਸ 'ਚ ਬਚਨ ਬਿਲਾਸ ਕਰ ਲਏ ਨੇ। ਮੇਰਾ ਜਿਹੜਾ ਮਸਲਾ ਸੀ ਉਹ ਇਹ ਸੀ ਵੀ ਗੁਰਮੁਖ ਦੇ ਕੀ ਮਤਲਬ ਨੇ, ਕੀ ਮਾਇਨੇ ਨੇ। ਇਹ ਕਥਾ ਚੱਲ ਰਹੀ ਆ, ਉਹ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਭਰੀਏ। ਸਰੀਰ ਕਰਕੇ ਹਾਜ਼ਰ ਹੋਏ ਹਾਂ, ਸੁਰਤ ਕਰਕੇ ਹਾਜ਼ਰੀ ਲਵਾਉਂਦੇ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤਬ ਸਿੰਧੀ ਬੋਲਿਓ ਯੁਤ ਪ੍ਰੀਤੀ। ਉਹ ਜਿਹੜਾ ਸਿੰਧੀ ਚੇਲਾ ਸੀ ਬੜੇ ਪ੍ਰੇਮ ਭਾਵ ਨਾਲ ਉਹਨੇ ਸਤਿਗੁਰਾਂ ਦੇ ਬਚਨ ਸੁਣੇ ਨੇ। ਉਹਦਾ ਪੀਰ ਵੀ ਸਤਿਗੁਰਾਂ ਦੇ ਪਾਸ ਬੈਠਾ ਸੀ।
ਤਾਂ ਉਹ ਬੜੇ ਪ੍ਰੇਮ ਸਹਿਤ ਬੋਲਿਆ, ਤੁਮ ਪਰਚੇ ਮਿਲ ਕੇ ਪਲ ਰੀਤੀ। ਕਹਿਣ ਲੱਗਾ, ਪੀਰ ਜੀ ਤੁਸੀਂ ਤਾਂ ਗੁਰੂ ਨਾਨਕ ਸਾਹਿਬ ਨੂੰ ਮਿਲ ਕੇ ਭਲੀ ਪ੍ਰਕਾਰ ਨਾਲ ਪਰਚ ਗਏ ਹੋ, ਯਾਨੀ ਕਿ ਤੁਹਾਡੇ ਤਾਂ ਮਨ ਦੀ ਸੰਤੁਸ਼ਟੀ ਹੋ ਗਈ ਹੈ, ਮਕਸਦ ਮੋਰ ਨਾ ਹਾਸਲ ਹੋਇਆ। ਪਰ ਜਿਹੜਾ ਮੇਰਾ ਮਕਸਦ ਸੀ ਉਹ ਮੈਨੂੰ ਹਾਸਲ ਨਹੀਂ ਹੋਇਆ, ਮੈਨੂੰ ਮੇਰੇ ਮਕਸਦ ਦੀ ਪ੍ਰਾਪਤੀ ਨਹੀਂ ਹੋਈ। ਆਏ ਪ੍ਰਥਮ ਜੋ ਬਚਨ ਬਗੋਇਆ। ਇਹ ਗੁਰੂ ਨਾਨਕ ਸਾਹਿਬ ਜੀ ਜਿਹੜਾ ਤੁਸੀਂ ਆਣ ਕੇ ਪਹਿਲਾਂ ਬਚਨ ਉਚਾਰਨ ਕੀਤਾ ਸੀ ਨਾ, ਗੁਰਮੁਖ ਸ਼ਬਦ, ਇਹਦੇ ਮਾਇਨੇ ਮੈਂ ਜਾਣਨਾ ਚਾਹੁੰਦਾ ਸੀ, ਉਹਦੇ ਮਾਇਨੇ ਹਾਲੇ ਮੈਨੂੰ ਪ੍ਰਾਪਤ ਨਹੀਂ ਹੋਏ, ਮੈਨੂੰ ਹਿਰਦੇ ਨੂੰ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਸੁਨਤ ਪੀਰ ਨੇ ਗਿਰਾ ਬਖਾਨੀ। ਲਾਗੇ ਪੀਰ ਜਲਾਲ ਬੈਠਾ ਸੀ, ਬੋਲਿਆ, ਕਹਿਣ ਲੱਗਾ, ਤੁਮ ਜਾਣੇ ਮੈਂ ਸਭ ਗੁਣ ਖਾਨੀ। ਸਤਿਗੁਰਾਂ ਦੇ ਸਨਮੁਖ ਕਹਿਣ ਲੱਗਾ, ਸਤਿਗੁਰੂ ਜੀ ਮੈਂ ਜਾਣ ਲਿਆ ਹੈ ਕਿ ਆਪ ਜੀ ਸਮਸਤ ਗੁਣਾਂ ਦੇ ਮਾਲਕ ਹੋ, ਗੁਣਾਂ ਦੀ ਖਾਨ ਹੋ। ਸਿੰਧੀ ਏਕ ਮਾਇਨੇ ਹੇਤੂ। ਆ ਜੋ ਮੇਰਾ ਚੇਲਾ ਹੈ ਸਿੰਧੀ, ਇੱਕ ਮਾਇਨਾ ਆਪ ਜੀ ਦੇ ਪਾਸੋਂ ਜਾਣਨਾ ਚਾਹੁੰਦਾ ਹੈ। ਬਾਰ ਬਾਰ ਪੁੱਛ ਪ੍ਰੀਤ ਸਮੇਤੂ। ਇਹ ਬਾਰ ਬਾਰ ਪ੍ਰੀਤ ਸਹਿਤ ਮੈਨੂੰ ਪੁੱਛਦਾ ਸੀ, ਪਰ ਮੈਂ ਇਹਨੂੰ ਦੱਸ ਨਹੀਂ ਸਕਿਆ, ਇਹਦੇ ਮਨ ਦੀ ਖਾਤਰ ਜਮਾ ਨਹੀਂ ਕਰ ਸਕਿਆ। ਆਪ ਜੀ ਕਿਰਪਾ ਕਰਕੇ ਇਹਦੇ ਮਨ ਦੀ ਤਸੱਲੀ ਕਰੋ। ਸੋ ਬਤਾਏ ਇਸ ਨਾਸੋ ਸੰਸਾਰ। हे ਸਤਿਗੁਰੂ ਗਰੀਬ ਨਵਾਜ ਜੀ, ਆਪ ਜੀ ਕਿਰਪਾ ਕਰਕੇ ਇਸ ਗੁਰਮੁਖ ਸ਼ਬਦ ਦੇ ਮਾਇਨੇ ਸੁਣਾ ਕੇ ਇਹਦੇ ਮਨ ਦੀ ਸੰਤੁਸ਼ਟੀ ਕਰੋ, ਇਹਦੇ ਮਨ ਦੇ ਸੰਸ਼ੇ ਦੀ ਨਿਰਵਿਰਤੀ ਕਰੋ। ਰਾਵਰ ਕੀ ਇਨਕੀਨ ਪ੍ਰਸ਼ੰਸਾ। ਮਹਾਰਾਜ ਜੀ ਇਹਨੇ ਤੁਹਾਡੀ ਪ੍ਰਸ਼ੰਸਾ ਕੀਤੀ ਸੀ ਮੇਰੇ ਕੋਲੇ ਆ ਕੇ, ਇਹਦੀ ਬਦੌਲਤ ਹੀ ਮੈਨੂੰ ਤੁਹਾਡੇ ਦਰਸ਼ਨ ਹੋਏ ਹਨ। ਜਾਂ ਤੇ ਦਰਸ਼ਨ ਭਇਓ ਤੁਮਾਰਾ। ਕਿ ਆਪ ਜੀ ਦੇ ਮੈਂ ਦਰਸ਼ਨ ਕਰ ਰਿਹਾ, ਦੀਦਾਰ ਕਰ ਰਿਹਾ ਸਤਿਗੁਰੂ ਜੀ, ਇਹ ਇਸੇ ਮੇਰੇ ਸਿੰਧੀ ਚੇਲੇ ਕਰਕੇ ਹੀ ਕਰ ਰਿਹਾ, ਕਿਉਂਕਿ ਇਹਨੇ ਪਹਿਲਾਂ ਤੁਹਾਡੇ ਦਰਸ਼ਨ ਕੀਤੇ, ਮੇਰੇ ਕੋਲ ਆ ਕੇ ਤੁਹਾਡੀ ਪ੍ਰਸ਼ੰਸਾ ਕੀਤੀ ਤੇ ਮੈਂ ਤੁਹਾਡੇ ਦਰਸ਼ਨ ਕੀਤੇ ਹਨ। ਸਫਲ ਜਨਮ ਹੋਇਓ ਸੁਖ ਭਾਰਾ। ਮਹਾਰਾਜ ਮੇਰਾ ਇਹ ਜਨਮ ਸਫਲ ਹੋ ਗਿਆ ਹੈ, ਮੈਨੂੰ ਭਾਰੇ ਸੁਖ ਦੀ ਪ੍ਰਾਪਤੀ ਹੋ ਗਈ ਹੈ। ਮ੍ਰਿਦੁਲ ਮధుਰ ਮੁਖ ਗਿਰਾ ਉਚਾਰੀ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪੀਰ ਜਲਾਲ ਨੇ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬੜੇ ਮਿਰਦਲ ਕੋਮਲ ਤੇ ਮਿੱਠੇ ਬਚਨ ਕਹੇ। ਸੁਨ ਜਲਾਲ ਇੱਕ ਰੀਤ ਸੁਖਾਰੀ। ਮਹਾਰਾਜ ਜੀ ਕਹਿਣ ਲੱਗੇ, ਪੀਰ ਜਲਾਲ ਜੀ ਸੁਣੋ, ਤੁਹਾਨੂੰ ਇੱਕ ਸੁਖਾਲੀ ਰੀਤ ਜਾਂ ਸੁਖਾਲਾ ਢੰਗ ਤਰੀਕਾ ਦੱਸਦੇ ਹਾਂ। ਜਾਏ ਕੁਲਫ ਕੀ ਜੋ ਵੈ ਕੁੰਜੀ। ਮਹਾਰਾਜ ਜੀ ਕਹਿੰਦੇ, ਜੇ ਅਸੀਂ ਜਵਾਬ ਦੇਾਂਗੇ ਸ਼ਾਇਦ ਤੇਰੇ ਇਸ ਚੇਲੇ ਦੇ ਮਨ ਦੀ ਤਸੱਲੀ ਨਾ ਹੋਵੇ, ਤੂੰ ਜਵਾਬ ਦੇਂਗਾ, ਤੇਰੇ ਦਿੱਤੇ ਜਵਾਬ ਨਾਲ ਤੇਰਾ ਚੇਲਾ ਛੇਤੀ ਰਾਜੀ ਹੋਵੇਗਾ, ਕਿਉਂਕਿ ਇਹ ਚੇਲਾ ਤੇਰਾ। ਪਾਤਸ਼ਾਹ ਉਦਾਹਰਣ ਦਿੰਦੇ, ਮਹਾਰਾਜ ਜੀ ਕਹਿੰਦੇ, ਜਿਹੜੇ ਤਾਲੇ ਦੀ ਜਿਹੜੀ ਚਾਬੀ ਹੁੰਦੀ ਹੈ ਨਾ, ਉਹ ਚਾਬੀ ਉਸ ਤਾਲੇ ਨੂੰ ਲੱਗੇ ਤੇ ਸੁਖਾਲਾ ਖੁੱਲ ਜਾਂਦਾ, ਦੂਜੀ ਚਾਬੀ ਲਾ ਕੇ ਉਸ ਤਾਲੇ ਨੂੰ ਖੋਲਣਾ ਚਾਹੋ ਤੇ ਮੁਸ਼ਕਲ ਹੁੰਦੀ ਹੈ। ਮਹਾਰਾਜ ਜੀ ਕਹਿੰਦੇ, ਚਾਬੀ ਤੂੰ ਹੈ ਤੇ ਤੇਰਾ ਜਿਹੜਾ ਇਹ ਚੇਲਾ ਹੈ, ਇਹ ਤਾਲਾ ਉਹ ਹੈ ਜਿਹਦੇ ਵਿੱਚ ਤੂੰ ਹੀ ਫਿੱਟ ਹੋਣਾ। ਅਸੀਂ ਜੇ ਜਵਾਬ ਦਿੱਤਾ ਤੇ ਇਹਦੀ ਤਸੱਲੀ ਨਹੀਂ ਹੋਣੀ, ਕਿਉਂਕਿ ਚੇਲਾ ਜੋ ਤੇਰਾ ਹੈ। ਇਸ ਕਰਕੇ ਤੈਨੂੰ ਇੱਕ ਸੁਖਾਲਾ ਜਿਹਾ ਤਰੀਕਾ ਦੱਸ ਦਿੰਦੇ ਹਾਂ। ਤਿਸ ਬਿਨ ਖੋਲ ਸਕੀ ਨੈ ਦੂਜੀ। ਜਿਹੜੇ ਤਾਲੇ ਦੀ ਜਿਹੜੀ ਚਾਬੀ ਹੁੰਦੀ ਆ ਉਹੀ ਉਸ ਤਾਲੇ ਨੂੰ ਖੋਲ ਸਕਦੀ ਆ, ਕੋਈ ਦੂਜੀ ਚਾਬੀ ਉਸ ਤਾਲੇ ਨੂੰ ਨਹੀਂ ਲੱਗਦੀ। ਤੁਮ ਤੇ ਸੋਨੇ ਮਾਇਨਾ ਜਬਈ। ਜਦੋਂ ਇਹ ਤੇਰਾ ਚੇਲਾ ਪੀਰ ਜਲਾਲ ਤੇਰੇ ਕੋਲੋਂ ਉਹਦੇ ਸ਼ਬਦ ਦੇ ਮਾਇਨੇ ਸੁਣੇਗਾ, ਅਰਥ ਸੁਣੇਗਾ, ਖਾਤਰ ਜਮਾ ਹੋਈ ਉਰ ਤਬਈ। ਤਾਂ ਇਹਦੇ ਮਨ ਦੀ ਤਸੱਲੀ ਹੋਣੀ ਹੈ, ਤਾਂ ਇਹਦੇ ਮਨ ਦੀ ਸੰਤੁਸ਼ਟੀ ਹੋਣੀ ਹੈ। ਜੇ ਤੁਮ ਕਹੋ ਨਾ ਹਮ ਤੇ ਆਵੇਂ। ਤੇ ਹੇ ਪੀਰ ਜਲਾਲ, ਜੇ ਤੂੰ ਕਹੇ ਵੀ ਤੈਨੂੰ ਪਤਾ ਨਹੀਂ ਹੈ ਇਹਨੇ ਮਾਇਨਿਆਂ ਦਾ ਵੀ ਗੁਰਮੁਖ ਕਿਹਨੂੰ ਕਹਿੰਦੇ ਆ, ਜੇ ਤੂੰ ਇਹ ਆਖਦਾ ਵੀ ਤੈਨੂੰ ਗੁਰਮੁਖ ਦੇ ਮਾਇਨਿਆਂ ਦਾ ਨਹੀਂ ਪਤਾ ਵੀ ਇਹਦੇ ਅਰਥ ਕੀ ਹਨ, ਕਰੋ ਰੀਤ ਅਸ ਜੈਸ ਬਤਾਵੇਂ। ਤੇ ਉਹਦੇ ਵਾਸਤੇ ਵੀ ਤੈਨੂੰ ਤਰੀਕਾ ਦੱਸ ਦਿੰਨੇ ਆ ਵੀ ਤੂੰ ਗੁਰਮੁਖ ਪਦ ਦੇ ਜਿਹੜੇ ਮਾਇਨੇ ਨੇ ਉਹ ਕਿਵੇਂ ਸਮਝ ਸਕਦਾ। ਉਹਦੇ ਲਈ ਇੱਕ ਤਰੀਕਾ ਤੈਨੂੰ ਸੁਖਾਲਾ ਦੱਸ ਦਿੰਦੇ ਹਾਂ। ਚੱਲ ਕੇ ਮੱਕੇ ਪਹੁੰਚੋ ਜਬਈ। ਏਦਾਂ ਕਰੋ ਪੀਰ ਜਲਾਲ ਜੀ, ਤੁਸੀਂ ਮੱਕੇ ਜਾਓ, ਮੱਕੇ ਦੀ ਜ਼ਿਆਰਤ ਕਰਨ ਲਈ।
ਜਦੋਂ ਤੁਸੀਂ ਮੱਕੇ ਜਾਓਗੇ ਤੁਮਰੀ ਨਿਸ਼ਾ ਹੋਏ ਹੈ ਤਬਈ। ਤੁਹਾਨੂੰ ਗੁਰਮੁਖ ਪਦ ਦੇ ਮਾਇਨੇ ਗੁਰਮੁਖ ਸ਼ਬਦ ਦੇ ਅਰਥ ਉੱਥੇ ਜਾ ਕੇ ਪਤਾ ਲੱਗ ਜਾਣਗੇ। ਜਦੋਂ ਜਾਓਗੇ ਨਾ ਮੱਕੇ ਜਾਓਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਪੀਰ ਜਲਾਲ ਜੀ ਵੀ ਗੁਰਮੁਖ ਕਿਹਨੂੰ ਕਹਿੰਦੇ ਹਨ, ਗੁਰਮੁਖ ਦੇ ਅਰਥ ਕੀ ਹਨ। ਲਖਨ ਮਾਇਨੇ ਜੇ ਚਿਤ ਚਾਈ। ਹੇ ਪੀਰ ਜਲਾਲ, ਜੇ ਤੇਰੇ ਮਨ 'ਚ ਇੱਛਾ ਹੈ, ਤੂੰ ਜਾਣਨਾ ਚਾਹੁੰਦਾ ਵੀ ਗੁਰਮੁਖ ਦੇ ਮਾਇਨੇ ਕੀ ਹਨ, ਗਮਨੋ ਅਬ ਬਿਲੰਬ ਕਰਨਾਈ। ਤੇ ਬਿਨਾਂ ਬਿਲੰਬ ਤੋਂ ਬਿਨਾਂ ਦੇਰੀ ਤੋਂ ਚੱਲ ਜਾ, ਛੇਤੀ ਜਾ ਮੱਕੇ ਤੇ ਉੱਥੇ ਜਾ ਕੇ ਆਪਣੀ ਮੁਰਾਦ ਹਾਸਲ ਕਰ ਲੈ। ਸੁਨ ਜਲਾਲ ਬੋਲਿਓ ਤਰ ਪਾਉ। ਸਤਿਗੁਰੂ ਜੀ ਦੇ ਬਚਨ ਸੁਣ ਕੇ ਪੀਰ ਜਲਾਲ ਜੀ ਹੱਥ ਜੋੜ ਕੇ ਬੜੇ ਪ੍ਰੇਮ ਸਹਿਤ ਬੋਲੇ, ਆਪ ਰਹੋ ਤਬ ਲੋ ਇਸ ਥਾਉ। ਕਹਿਣ ਲੱਗਾ ਜੀ ਮੈਂ ਤਾਂ ਜਾਵਾਂਗਾ ਪਰ ਮੱਕੇ ਜਾਣਾ ਆਉਣਾ ਬੜਾ ਲੰਮਾ ਪੈਂਦਾ, ਤੇ ਤੁਸੀਂ ਓਨੀ ਦੇਰ ਤੱਕ ਇੱਥੇ ਰਹੋਗੇ ਭਲਾ ਜਦੋਂ ਤੱਕ ਮੈਂ ਜਾ ਕੇ ਅਰਥਾਂ ਦਾ ਨਹੀਂ ਤੁਸੀਂ ਇੱਥੇ ਮੇਰੇ ਡੇਰੇ ਵਿੱਚ ਰਹੋਗੇ। ਤਬ ਮੈਂ ਜਾਏ ਮਾਇਨਾ ਪੂਰਨ। ਜੇ ਤਾਂ ਤੁਸੀਂ ਰਹੋਗੇ ਇੱਥੇ ਫਿਰ ਤਾਂ ਮੈਂ ਜਾ ਕੇ ਮਾਇਨੇ ਪਤਾ ਕਰ ਆਉਣਾ। ਫਿਰ ਮੈਂ ਜਾਂਦਾ ਹਾਂ ਮੱਕੇ ਦੀ ਜ਼ਿਆਰਤ ਨੂੰ ਔਰ ਉੱਥੇ ਜਾ ਕੇ ਮਾਇਨੇ ਸਮਝ ਆਉਂਦਾ ਹਾਂ। ਸੁਣ ਕਰ ਬੋਰ ਆਇਓ ਤੂਰਨ। ਔਰ ਉੱਥੇ ਸੁਣ ਕੇ ਫਿਰ ਮੈਂ ਤੂਰਨ ਛੇਤੀ ਨਾਲ ਤੁਹਾਡੇ ਕੋਲ ਆਵਾਂਗਾ। ਗੁਰੂ ਕਹੇ ਹਮ ਏ ਥਲ ਬੈਸੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਪੀਰ ਜਲਾਲ ਜਾ ਤੂੰ ਚਲਾ ਜਾ, ਜਦੋਂ ਤੱਕ ਤੂੰ ਵਾਪਸ ਨਹੀਂ ਆਉਂਦਾ ਅਸੀਂ ਇੱਥੇ ਤੇਰੇ ਡੇਰੇ ਤੇ ਹੀ ਬੈਠੇ ਆਂ, ਉਦੋਂ ਤੱਕ ਅਸੀਂ ਆਪਣਾ ਟਿਕਾਣਾ ਇੱਥੇ ਹੀ ਰੱਖਾਂਗੇ। ਆਵੋ ਬੂਝ ਨਾ ਬਿਲਮੋ ਕੈਸੇ। ਤੇ ਹੁਣ ਤੂੰ ਦੇਰੀ ਨਾ ਲਾਈ, ਜਿੰਨਾ ਛੇਤੀ ਹੋ ਸਕੇ ਜਾ ਕੇ ਗੁਰਮੁਖ ਪਦ ਦੇ ਜਿਹੜੇ ਮਾਇਨੇ ਨੇ ਅਰਥ ਉਹ ਪਤ ਸਕੇ ਵਾਪਸ ਮੁੜ ਆਈ। ਤਬਲ ਨੇ ਆਇਸ ਮਾਨੀ। ਸਤਿਗੁਰੂ ਜੀ ਦੀ ਆਗਿਆ ਪੀਰ ਜਲਾਲ ਨੇ ਮੰਨ ਲਈ। ਨਿਜ ਮੁਰੀਦ ਬੁਲਵਾਏ ਬਖਾਨੀ। ਔਰ ਆਪਣੇ ਮੁਰੀਦ ਨੂੰ ਆਪਣੇ ਚੇਲੇ ਨੂੰ ਸੱਦ ਕੇ ਬੋਲੇ ਪੀਰ ਜਲਾਲ ਜੀ ਕਹਿਣ ਲੱਗੇ ਇਨ ਦਰਵੇਸ਼ਨ ਸੋ ਤਰ ਪਾਉ। ਆਪਣੇ ਮੁਰੀਦਾਂ ਨੂੰ ਆਖਿਆ ਵੀ ਇਹ ਦਰਵੇਸ਼ ਨੇ ਗੁਰੂ ਨਾਨਕ ਸਾਹਿਬ, ਇਹਨਾਂ ਨਾਲ ਇਹਨਾਂ ਦੇ ਸੇਵਕ ਆਏ ਨੇ, ਇਹ ਦਰਵੇਸ਼ ਪੁਰਖ ਹਨ, ਇਹਨਾਂ ਨਾਲ ਭਾਵ ਰੱਖਣਾ, ਇਹਨਾਂ ਨਾਲ ਪ੍ਰੇਮ ਰੱਖਣਾ। ਸੇਵ ਕਰੋ ਜਬ ਲੋ ਨੇ ਆਉ। ਮੈਂ ਜਾ ਰਿਹਾ ਮੱਕੇ ਨੂੰ, ਜਦੋਂ ਤੱਕ ਮੈਂ ਵਾਪਸ ਨਹੀਂ ਆਉਂਦਾ ਉਦੋਂ ਤੱਕ ਤੁਸੀਂ ਇਹਨਾਂ ਦੀ ਸੇਵਾ ਟਹਿਲ ਤਨ ਭਾਵ ਨਾਲ ਮਨ ਭਾਵ ਨਾਲ ਕਰਨੀ, ਪ੍ਰੇਮ ਸਹਿਤ ਇਹਨਾਂ ਦੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਰਹਿਣਾ। ਇਹ ਜੋ ਆਖਣ ਤੁਸੀਂ ਉਸੇ ਤਰ੍ਹਾਂ ਕਰਨਾ ਹੈ। ਚਰਨ ਬੰਦ ਕਹਿ ਗਇਓ ਬਹੋਰੀ। ਏਦਾਂ ਆਪਣੇ ਚੇਲਿਆਂ ਦੀ ਡਿਊਟੀ ਲਾ ਕੇ ਵੀ ਸਤਿਗੁਰਾਂ ਦੀ ਸੇਵਾ ਕਰਨੀ ਹੈ ਤੁਸੀਂ। ਪੀਰ ਜਲਾਲ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ, ਨਮਸਕਾਰ ਕੀਤੀ ਤੇ ਮੱਕੇ ਦੀ ਦਿਸ਼ਾ ਨੂੰ ਚੱਲ ਪਏ। ਪ੍ਰਭ ਜੀ ਰਹੇ ਆਪ ਤਿਸ ਠੌਰੀ। ਪੀਰ ਜਲਾਲ ਜੀ ਚਲੇ ਗਏ ਪਰ ਸਤਿਗੁਰੂ ਜੀ ਉੱਥੇ ਹੀ ਰਹੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪੀਰ ਜਲਾਲ ਦੇ ਜਿਹੜਾ ਤਕੀਆ ਸੀ, ਡੇਰਾ ਸੀ, ਉੱਥੇ ਹੀ ਸਤਿਗੁਰੂ ਜੀ ਨੇ ਨਿਵਾਸ ਕੀਤਾ। ਕਿਤਕ ਦਿਵਸ ਜਬ ਰਹਿਤ ਬਿਤਾਏ। ਇਸੇ ਤਰ੍ਹਾਂ ਕੁਝ ਕੁ ਦਿਨ ਜਦੋਂ ਸਤਿਗੁਰਾਂ ਨੂੰ ਇੱਥੇ ਰਹਿੰਦਿਆਂ ਬੀਤ ਗਏ। ਮੂਲੇ ਸੋ ਗੁਰ ਬਚਨੀ ਅਲਾਏ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ ਕਹਿਣ ਲੱਗੇ ਕਰੇ ਵਿਰੋਧ ਜੋ ਤਵ ਸੰਗ ਇੱਕ ਨਰ। ਕਿਉਂਕਿ ਮੂਲਾ ਸੀ ਨਾ ਜਿਹੜਾ, ਜਿਹਨੂੰ ਸਤਿਗੁਰੂ ਜੀ ਨਾਲ ਲੈ ਗਏ ਸੀ, ਪਿੱਛੇ ਕਥਾ ਸੁਣੀ ਹੈ ਆਪ ਜੀ ਨੇ, ਜਿਹੜਾ ਕਹਿੰਦਾ ਸੀ ਜੀਵਣਾ ਝੂਠ ਤੇ ਮਰਨਾ ਸੱਚ, ਉਹ ਮਹਾਰਾਜ ਜੀ ਉਹਨੂੰ ਨਾਲ ਹੀ ਲੈ ਆਏ ਸੀ। ਕੁਝ ਕੁ ਦਿਨ ਜਦੋਂ ਬੀਤ ਗਏ ਨਾ ਸਤਿਗੁਰਾਂ ਨੂੰ ਪੀਰ ਜਲਾਲ ਦੇ ਡੇਰੇ ਤੇ, ਪੀਰ ਜਲਾਲ ਜੀ ਤਾਂ ਚਲੇ ਗਏ ਮੱਕੇ ਨੂੰ, ਤੇ ਸਤਿਗੁਰੂ ਜੀ ਮੂਲੇ ਨੂੰ ਕਹਿੰਦੇ ਆ, ਮਹਾਰਾਜ ਜੀ ਕਹਿੰਦੇ ਮੂਲਿਆ ਸੁਣ, ਜਦੋਂ ਤੂੰ ਸਾਡੇ ਨਾਲ ਚੱਲ ਕੇ ਆਇਆ ਸੀ, ਆਜ ਗਿਓ ਸੋ ਚੱਲ ਤੁਮਰੇ ਘਰ। ਮਹਾਰਾਜ ਜੀ ਕਹਿੰਦੇ ਮੂਲਿਆ ਇੱਕ ਤੇਰਾ ਵਿਰੋਧੀ ਸੀ, ਤੇਰਾ ਦੁਸ਼ਮਣ, ਉਹ ਅੱਜ ਤੇਰੇ ਘਰ ਚੱਲ ਕੇ ਗਿਆ ਪਿੱਛੇ,
ਉਹ ਅੱਜ ਘਰ ਚੱਲ ਕੇ ਗਿਆ ਤੇਰੇ ਘਰ ਜਾ ਕੇ। ਕਰਤ ਈਰਖਾ ਕੂਰ ਬਖਾਨਾ, ਉਹਨੇ ਤੇਰੇ ਨਾਲ ਈਰਖਾ ਕਰਕੇ ਤੇਰੀ ਘਰਵਾਲੀ ਨੂੰ ਝੂਠ ਬੋਲਿਆ ਜਾ ਕੇ। ਜਾਣੀ ਜਾਣ ਕੋਹਾਂ ਦੂਰ ਬੈਠੇ ਸਨ ਇਹਦੇ ਘਰ ਤੋਂ, ਜੋ ਉੱਥੇ ਵਰਤ ਰਿਹਾ ਮੂਲੇ ਨੂੰ ਦੱਸ ਰਹੇ ਨੇ, ਨਾਲੇ ਮੂਲੇ ਦੀ ਪਰਖ ਹੋ ਰਹੀ ਹੈ ਕਿ ਜਿਹੜਾ ਕਹਿੰਦਾ ਸੀ ਜੀਵਣਾ ਝੂਠ ਤੇ ਮਰਨਾ ਸੱਚ, ਵੀ ਵਾਕਈ ਅੰਦਰ ਵੀ ਹੈ ਉਹ ਗੱਲ ਕਿ ਕੇਵਲ ਜ਼ੁਬਾਨ ਤੇ ਹੀ ਸੀ ਕੁਰਲੀਆਂ ਕੀਤੀਆਂ ਸਨ। ਮਹਾਰਾਜ ਜੀ ਕਹਿੰਦੇ ਮੂਲਿਆ ਤੇਰਾ ਜਿਹੜਾ ਉਹ ਵਿਰੋਧੀ ਸੀ ਦੁਸ਼ਮਣ, ਉਹ ਅੱਜ ਤੇਰੇ ਘਰ ਗਿਆ ਤੇ ਉਹਨੇ ਈਰਖਾ ਵਸ ਹੋ ਕੇ ਤੇਰੀ ਘਰਵਾਲੀ ਨੂੰ ਝੂਠ ਬੋਲਿਆ ਹੈ। ਇੱਕ ਨਰ ਤੇ ਮੈਂ ਸੁਣੀ ਕਾਨਾ, ਉਹਨੇ ਜਾ ਕੇ ਤੇਰੀ ਘਰਵਾਲੀ ਨੂੰ ਇਹ ਝੂਠ ਬੋਲਿਆ, ਉਹ ਕਹਿੰਦਾ ਵੀ ਮੈਨੂੰ ਕੋਈ ਬੰਦਾ ਟੱਕਰਿਆ, ਉਹਨੇ ਮੈਨੂੰ ਇਹ ਗੱਲ ਦੱਸੀ ਐ। ਮੂਲਾ ਗਿਓ ਜੋ ਸੰਗ ਫਕੀਰੰ, ਕਿ ਜਿਹੜਾ ਮੂਲਾ ਕੁਝ ਫਕੀਰਾਂ ਦੇ ਨਾਲ ਚੱਲ ਕੇ ਗਿਆ ਸੀ, ਜਾਤੇ ਅਚਾਨਕ ਤਜਿਓ ਸਰੀਰੰ, ਉਹਨੇ ਜਾਂਦਿਆਂ ਜਾਂਦਿਆਂ ਅਚਾਨਕ ਰਸਤੇ ਵਿੱਚ ਸਰੀਰ ਤਿਆਗ ਦਿੱਤਾ, ਮੂਲੇ ਦੀ ਮੌਤ ਹੋ ਗਈ। ਇਹ ਝੂਠ ਤੇਰੇ ਘਰ ਬੋਲਿਆ ਜਾ ਕੇ। ਤੇਰੇ ਦੁਸ਼ਮਣ ਨੇ, ਤੇਰੇ ਵਿਰੋਧੀ ਨੇ, ਜਿਹੜਾ ਤੇਰੇ ਨਾਲ ਈਰਖਾ ਕਰਦਾ ਹੈ, ਉਹਨੇ ਤੇਰੀ ਘਰਵਾਲੀ ਨੂੰ ਜਾ ਕੇ ਝੂਠ ਬੋਲਿਆ ਕਿ ਮੂਲਾ ਜਿਹੜਾ ਫਕੀਰਾਂ ਦੇ ਨਾਲ ਗਿਆ ਹੈ, ਉਹਦੇ ਰਸਤੇ 'ਚ ਜਾਂਦਿਆਂ ਅਚਾਨਕ ਮੌਤ ਹੋ ਗਈ ਹੈ। ਇਵ ਸੁਨ ਕੇ ਤਵ ਤ੍ਰਿਆ ਤੈ ਠੌਰਾ, ਤੇ ਮੂਲਿਆ ਇਸ ਵੇਲੇ ਤੇਰੇ ਘਰ ਸਿਆਪਾ ਪਿਆ ਹੋਇਆ, ਤੇਰੀ ਘਰਵਾਲੀ ਸਿਰ ਦੇ ਵਾਲ ਖੰਡਾ ਕੇ ਪਿੱਟ ਰਹੀ ਹੈ, ਰੋ ਰਹੀ ਹੈ ਤੇ ਬਹੁਤ ਜ਼ਿਆਦਾ ਬੇਬਲ ਹੈ। ਜਰਨ ਏਤ ਕਰ ਲੀਨ ਸਿਧੋਰਾ, ਔਰ ਉਹਨੇ ਹੱਥ ਦੇ ਵਿੱਚ ਸੰਧੂਰ ਫੜ ਲਿਆ। ਉਹ ਕਹਿੰਦੀ ਹੈ ਵੀ ਮੈਂ ਚਿਖਾ ਬਣਾ ਕੇ ਉਹਦੇ 'ਚ ਸੜ ਕੇ ਮਰ ਜਾਣਾ, ਆਪਣੇ ਪਤੀ ਬਿਨਾਂ ਮੈਂ ਜਿਉਂਦੀ ਨਹੀਂ ਰਹਿਣਾ। ਤੇਰੀ ਘਰਵਾਲੀ ਨੇ ਚਿਖਾ ਬਣਾ ਲਈ ਹੈ, ਹੱਥ ਵਿੱਚ ਉਹਨੇ ਸੰਧੂਰ ਫੜ ਲਿਆ। ਜੇ ਤੂੰ ਹੁਣ ਉੱਥੇ ਨਾ ਗਿਆ ਤੇ ਤੇਰੀ ਘਰਵਾਲੀ ਨੇ ਚਿਖਾ ਵਿੱਚ ਸੜ ਕੇ ਮਰ ਜਾਣਾ। ਸਭ ਸਮਾਜ ਕੋ ਕੀਨ ਤਿਆਰੀ, ਉਹਨੇ ਸੜ ਕੇ ਮਰਨ ਦੀ ਸਾਰੀ ਤਿਆਰੀ ਕਰ ਲਈ ਹੈ। ਨਗਰ ਦੇ ਲੋਕ ਇਕੱਠੇ ਕਰ ਲਏ ਨੇ, ਆਪਣੇ ਸੰਬੰਧੀ ਇਕੱਠੇ ਕਰ ਲਏ ਨੇ ਤੇ ਐਨ ਤਿਆਰੀ ਵਿੱਚ ਆ ਸੜਨ ਲਈ। ਸਤੀ ਓਨ ਲਾਗੀ ਹਿਤਕਾਰੀ, ਉਹ ਤੇਰੇ ਨਾਲ ਹਿੱਤ ਕਰਦਿਆਂ ਹੋਇਆਂ ਤੇਰੇ ਪ੍ਰੇਮ ਵਿੱਚ ਸਤੀ ਹੋਣ ਲੱਗੀ ਹੈ, ਚਿਖਾ 'ਚ ਸੜ ਕੇ ਮੋਣ ਲੱਗੀ ਐ। ਅਬ ਸਮੀਪ ਜੇ ਪਹੁੰਚੇ ਜਾਈ, ਇਹ ਮੂਲਿਆ ਜੇ ਤੂੰ ਹੁਣ ਉੱਥੇ ਜਾ ਕੇ ਪਹੁੰਚ ਜਾਏ, ਆਪਣੀ ਪਤਨੀ ਦੀ ਸੜਦੀ ਹੋਈ ਚਿਖਾ ਦੇ ਲਾਗੇ ਹਾਜ਼ਰ ਹੋ ਜਾਏ, ਬਚੇ ਤੀਆ ਤਵ ਸਦਨ ਬਸਾਈ, ਤੇ ਤੇਰੀ ਘਰ ਵਾਲੀ ਬਚ ਸਕਦੀ ਆ ਤੇ ਤੇਰਾ ਘਰ ਵਸਦਾ ਰਸਦਾ ਰਹਿ ਸਕਦਾ। ਜੇ ਤੂੰ ਨਾ ਉੱਥੇ ਪਹੁੰਚਿਆ ਤੇ ਜੇ ਤੇਰੀ ਘਰ ਵਾਲੀ ਨੇ ਸੜ ਮਰਨਾ ਔਰ ਘਰ ਤੇਰਾ ਉਜੜ ਕੇ ਤਬਾਹ ਹੋ ਜਾਣਾ। ਨਾ ਤੁਰ ਜੀ ਵਿਰਾਗ ਦ੍ਰਿੜ ਧਾਰਾ, ਤੇ ਇਹ ਮੂਲਿਆ ਜੇ ਤੇਰੇ ਮਨ 'ਚ ਵਿਰਾਗ ਹੈ ਵੀ ਕੋਈ ਨਹੀਂ, ਜੇ ਉਹਦੀ ਆਈ ਹੈ ਤਾਂ ਉਹਨੇ ਮਰਨਾ ਹੀ ਹੈ, ਜੇ ਤੂੰ ਆਪਣੇ ਮਨ 'ਚ ਵਿਰਾਗ ਧਾਰਨ ਕੀਤਾ ਪਰਪੱਕ, ਤਜੋ ਮੋਹ ਕੋ ਕਰੋ ਸੰਘਾਰਾ, ਤੇ ਫਿਰ ਛੱਡ ਮੋਹ ਆਪਣੀ ਘਰਵਾਲੀ ਦਾ, ਟੱਬਰ ਦਾ। ਕੋਈ ਮਰੇ ਭਾਵੇਂ ਜੀਵੇ, ਤੂੰ ਆਪਣੇ ਆਨੰਦ 'ਚ ਰਹਿ ਤੇ ਆਪਣਾ ਜੀਵਨ ਸਵਾਰ। ਜੇ ਤਾਂ ਤੇਰੇ ਮਨ 'ਚ ਬਿਰਤੀ ਹੈ ਕਿ ਤੂੰ ਉਹਨਾਂ ਦਾ ਮੋਹ ਛੱਡ ਕੇ ਆਪਣਾ ਜੀਵਨ ਭਲਾ ਕਰਨਾ, ਜ਼ਿੰਦਗੀ ਸਫਲੀ ਕਰਨੀ ਹੈ, ਸੁਨ ਤੈ ਪਇਓ ਛੋਬ ਮਨ ਮਾਈ, ਤੇ ਫਿਰ ਬੈਠਾ ਰਹਿ ਇੱਥੇ ਤੇ ਰੱਬ ਰੱਬ ਕਰ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਵੀ ਏਦਾਂ ਮਰਨ ਵਾਲੀ ਹੈ ਤੇਰੀ ਘਰ ਵਾਲੀ ਚਿਖਾ ਜਲਾ ਕੇ, ਮੂਲਾ ਇੱਕਦਮ ਕਾਲਾ ਪੈ ਗਿਆ, ਇੱਕਦਮ ਤਰਲੋ ਮੱਛੀ ਹੋਣ ਲੱਗ ਪਿਆ। ਮਹਾਰਾਜ ਮੇਰਾ ਤਾਂ ਘਰ ਉਜੜ ਜਾਣਾ, ਉਹਦੇ ਕਰਕੇ ਘਰ ਵਸਦਾ ਸੀ, ਘਰ ਤਬਾਹ ਹੋ ਜਾਣਾ। ਇੱਕਦਮ ਮੋਹ ਦੀ ਬਿਰਤੀ ਹਿਰਦੇ 'ਚ ਉਪਜ ਆਈ। ਕਿੱਥੇ ਸੀ ਵਿਰਾਗ? ਇਹ ਤਾਂ ਝੂਠਾ ਵਿਰਾਗ ਸੀ ਨਾ, ਦ੍ਰਿੜ ਵਿਰਾਗ ਨਹੀਂ ਸੀ, ਝੂਠਾ ਹੀ ਵਿਰਾਗ ਸੀ। ਕੇਵਲ 5 ਪੈਸੇ ਦੇ ਲਾਲਚ ਵਸ ਹੋ ਕੇ ਕਹਿ ਦਿੱਤਾ ਸੀ ਕਿ ਜੀਵਣਾ ਝੂਠ ਹੈ ਤੇ ਮਰਨਾ ਸੱਚ ਹੈ, ਪਰ ਅੰਦਰ ਗੱਲ ਨਹੀਂ ਸੀ ਵਸੀ। ਉਹ ਇੱਕਦਮ ਬੇਬਲ ਜਿਹਾ ਹੋ ਕੇ, ਜਿਵੇਂ ਕੋਈ ਮੱਛੀ ਨਹੀਂ ਤੜਫਦੀ ਪਾਣੀ ਬਿਨਾਂ, ਏਦਾਂ ਤੜਫਦਾ ਜਿਹਾ ਹੋਇਆ ਮੂਲਾ ਬੋਲਿਆ, ਬਇਓ ਮੋਹ ਮੈਂ ਧੀਰਜ ਨਾਈ, ਮੋਹ ਦੇ ਵਹਿਣ ਵਿੱਚ ਬਹਿ ਟੁਰਿਆ। ਹੁਣ ਕਿੱਥੇ ਧੀਰਜ ਮਿਲੇ ਮੂਲੇ ਨੂੰ, ਕਿੱਥੇ ਹੌਸਲਾ ਆਵੇ ਮਨ ਦੇ ਵਿੱਚ। ਕਹਿਣ ਲਗਿਓ ਮਮ ਦੂਰ ਆਵਾਸਾ, ਕਹਿਣ ਲੱਗਾ ਮਹਾਰਾਜ ਮੇਰਾ ਘਰ ਤਾਂ ਇੱਥੋਂ ਬੜੀ ਦੂਰ ਹੈ,
ਜਿੱਥੇ ਤੁਸੀਂ ਆਪਣੇ ਨਾਲ ਲੈ ਆਇਓ ਉੱਥੇ ਹੁਣ ਆਪਣੇ ਘਰ ਜਾਂਦਿਆਂ ਮੈਨੂੰ ਤਾਂ ਕਈ ਦਿਨ ਲੱਗ ਜਾਣੇ ਆ, ਇੰਨੇ ਨੂੰ ਤਾਂ ਮਹਾਰਾਜ ਪੁਰਾਣੀ ਵੀ ਹੋ ਜਾਣੀ ਆ ਮਰ ਕੇ ਸੜ ਕੇ ਘਰ ਵਾਲੀ। ਕਿੱਥੇ ਪਹੁੰਚਾਂਗਾ ਉੱਥੇ ਤੇ ਕਿਵੇਂ ਉਹ ਬਚੇਗੀ। ਮਹਾਰਾਜ ਸੱਚੇ ਪਾਤਸ਼ਾਹ ਘਰ ਤਾਂ ਮੇਰਾ ਬਹੁਤ ਦੂਰ ਹੈ, ਕਿਸ ਪ੍ਰਕਾਰ ਪਹੁੰਚੋ ਤਿਸ ਪਾਸਾ। ਮੈਂ ਉਹਦੇ ਪਾਸ ਕਿਵੇਂ ਪਹੁੰਚਾਂਗਾ, ਕਿਵੇਂ ਉਹਦੇ ਤਾਈਂ ਜਾ ਕੇ ਉਹਨੂੰ ਬਚਾ ਸਕਾਂਗਾ। ਬਹੁਤ ਦਿਵਸ ਕੋ ਪੰਥ ਮਝਾਰਾ। ਮਹਾਰਾਜ ਕਈ ਦਿਨਾਂ ਦਾ ਰਾਹ ਹੈ, ਕਈ ਦਿਨਾਂ ਦਾ ਪੈਂਡਾ, ਤੁਹਾਡੇ ਨਾਲ ਕਿੰਨੇ ਦਿਨਾਂ ਦਾ ਟੁਰਿਆ ਹੋਇਆ ਇੱਥੇ ਆਇਆ ਹਾਂ, ਕਿਵੇਂ ਹੁਣ ਵਾਪਸ ਜਾ ਸਕਦਾ। ਸੋ ਜਾਮਕ ਮੈਂ ਜਰ ਹੋਈ ਛਾਰਾ। ਮਹਾਰਾਜ ਮੈਂ ਤਾਂ ਹੁਣ ਇਹ ਜਾਣਦਾ ਵੀ ਉਹਨੇ ਉੱਥੇ ਮੇਰੇ ਜਾਣ ਤੋਂ ਪਹਿਲਾਂ ਸੜ ਕੇ ਸੁਆਹ ਹੋ ਜਾਣਾ। ਕੈਸੇ ਉਬਰੇ ਅਬ ਮਮ ਨਾਰੀ। ਮਹਾਰਾਜ ਕਿਰਪਾ ਕਰੋ, ਤੁਸੀਂ ਸੰਤੋ, ਸੰਤ ਦਿਆਲੂ ਹੁੰਦੇ ਨੇ, ਮੇਰੇ ਤੇ ਤਰਸ ਕਰੋ, ਮੇਰੀ ਘਰ ਵਾਲੀ ਕਿਵੇਂ ਉਭਰੇ, ਕਿਵੇਂ ਉਹਦਾ ਬਚਾਅ ਹੋਵੇ, ਕਿਵੇਂ ਉਹ ਬਚ ਸਕਦੀ ਆ, ਉਹ ਤਰਸ ਕਰੋ। ਸ਼ਰਮ ਰੱਖੋ ਮੈਂ ਸ਼ਰਨ ਤੁਮਾਰੀ। ਮਹਾਰਾਜ ਜੀ ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਜਿਹੋ ਜਿਹਾ ਵੀ ਹਾਂ ਤੁਹਾਡੀ ਪਨਾਹ ਵਿੱਚ ਹਾਂ, ਕਿਰਪਾ ਕਰਕੇ ਮੇਰੀ ਲਾਜ ਰੱਖੋ ਮਹਾਰਾਜ ਜੀ। ਤੁਮ ਜੀ ਕਰੋ ਪੁਚਾਵਨ ਮੋਈ। ਮਹਾਰਾਜ ਜੀ ਤੁਸੀਂ ਮੇਰੇ ਤੇ ਤਰਸ ਕਰਕੇ ਮੈਨੂੰ ਉੱਥੇ ਪਹੁੰਚਾ ਦਿਓ। ਤ੍ਰਿਆ ਤਨ ਤਬੇ ਬਚਾਵਨ ਹੋਈ। ਤੇ ਮੈਂ ਆਪਣੀ ਘਰ ਵਾਲੀ ਦਾ ਤਨ ਸੜਨ ਤੋਂ ਬਚਾ ਸਕਦਾ ਹਾਂ। ਆਪ ਸਮਰੱਥ ਸਰਬ ਪ੍ਰਕਾਰਾ। ਮਹਾਰਾਜ ਜੀ ਤੁਸੀਂ ਸਰਬ ਪ੍ਰਕਾਰ ਕਰਕੇ ਸਮਰੱਥ ਦੇਵ ਹੋ, ਚਾਹੋ ਤਾਂ ਅੱਖ ਦੇ ਫੋਰ ਚ ਮੈਨੂੰ ਉੱਥੇ ਪਹੁੰਚਾ ਸਕਦੇ ਹੋ। ਤੁਮ ਬਿਨ ਮੋਰ ਨ ਅਨਤ ਆਧਾਰਾ। ਮਹਾਰਾਜ ਤੁਹਾਡੇ ਬਿਨਾ ਮੇਰਾ ਕੋਈ ਆਧਾਰ ਨਹੀਂ, ਤੁਹਾਡੇ ਬਿਨਾ ਮੇਰਾ ਕੋਈ ਆਸਰਾ ਨਹੀਂ। ਮੁਸਕਾਨੇ ਸੁਨ ਕੇ ਗੁਣ ਖਾਨੀ। ਜਦੋਂ ਮੂਲੇ ਨੇ ਏਦਾਂ ਤਰਲੋ ਮੱਛੀ ਹੋ ਕੇ ਬੇਨਤੀਆਂ ਕੀਤੀਆਂ, ਸੁਣ ਕੇ ਗੁਰੂ ਨਾਨਕ ਸਾਹਿਬ ਜੀ ਮੁਸਕਰਾ ਪਏ ਤੇ ਮੁਸਕਰਾ ਕੇ ਕਹਿੰਦੇ ਆ, ਮੂਲਿਆ ਤੂੰ ਤਾਂ ਕਹਿੰਦਾ ਸੀ ਜੀਵਣਾ ਝੂਠ ਤੇ ਮਰਨਾ ਸੱਚ ਹੈ, ਅੱਜ ਕੀ ਹੋ ਗਿਆ। ਗਰੀਬ ਨਵਾਜ ਪਾਤਸ਼ਾਹ ਜੀ ਮੁਸਕਰਾਏ ਤੇ ਬੋਲੇ, ਕਹਿਓ ਕਿ ਜੇ ਤੈਂ ਅਸ ਮਨ ਮਾਨੀ। ਮਹਾਰਾਜ ਜੀ ਕਹਿੰਦੇ, ਮੂਲਿਆ ਜੇ ਤੈਂ ਆਪਣੇ ਮਨ 'ਚ ਇਸੇ ਤਰ੍ਹਾਂ ਮੰਨ ਲਈ ਹੈ, ਜੇ ਤੂੰ ਇਹ ਆਪਣੇ ਮਨ 'ਚ ਜਾਣ ਲਿਆ, ਦੋਨੋਂ ਆਪਣੇ ਮੂੰਦੋ ਲੋਚਨ। ਤੇ ਮੂਲਿਆ ਨੇਤਰ ਬੰਦ ਕਰ ਆਪਣੇ ਦੋਵੇਂ ਤੇ ਰਸਨਾ ਤੋਂ ਕਹਿ ਸਤ ਕਰਤਾਰ। ਜਾਏ ਮਿਲੋ ਕਰ ਸੋਚ ਵਿਮੋਚਨ। ਅੱਖਾਂ ਬੰਦ ਕਰੇਗਾ ਤੇ ਜਦੋਂ ਖੋਲੇਗਾ ਆਪਣੀ ਘਰ ਵਾਲੀ ਦੇ ਕੋਲ ਜਾ ਪਹੁੰਚੇਗਾ ਉਸੇ ਵਕਤ ਹੀ। ਇਹ ਬਚਨ ਸਤਿਗੁਰੂ ਜੀ ਨੇ ਮੁਖੋਂ ਕਹੇ। ਆਯੁਸਮਾਨ ਕੀਨ ਜਬ ਐਸੇ। ਸਤਿਗੁਰਾਂ ਦੀ ਆਗਿਆ ਮੰਨ ਕੇ ਮੂਲੇ ਨੇ ਉਸੇ ਵੇਲੇ ਨੇਤਰ ਬੰਦ ਕੀਤੇ ਤੇ ਨੇਤਰ ਬੰਦ ਕਰਕੇ ਕਿਹਾ, ਸਤ ਕਰਤਾਰ। ਖੋਲ ਬਿਲੋ ਕੇ ਉਹ ਨਿਜ ਘਰ ਬੈਸੋ। ਜਦੋਂ ਨੇਤਰ ਬੰਦ ਕੀਤੇ ਉਦੋਂ ਸਤਿਗੁਰਾਂ ਕੋਲ ਬੈਠਾ ਸੀ, ਜਦੋਂ ਨੇਤਰ ਖੋਲੇ ਤੇ ਖੋਲ ਕੇ ਕੀ ਵੇਖਦਾ, ਆਪਣੇ ਘਰ ਬੈਠਾ ਆਪਣੀ ਘਰ ਵਾਲੀ ਦੇ ਸਾਹਮਣੇ, ਉੱਥੇ ਹਾਜ਼ਰ ਹੋ ਗਿਆ ਅੱਖਾਂ ਖੋਲਦਿਆਂ ਸਾਰ। ਜਰਤੇ ਆਪਣੀ ਤੀਆ ਉਬਾਰੀ। ਅੱਗੋਂ ਘਰ ਵਾਲੀ ਸੜਨ ਦੀ ਤਿਆਰੀ 'ਚ ਸੀ, ਜਾ ਕੇ ਉਹਨੂੰ ਰੋਕ ਲਿਆ, ਵਰਜ ਲਿਆ, ਆਖਿਆ ਭਾਗਵਾਨ ਨੇ ਮੈਂ ਮਰਿਆ ਨਹੀਂ, ਉਹ ਜਿਹੜਾ ਆ ਕੇ ਕਹਿ ਗਿਆ ਸੀ ਤੈਨੂੰ ਝੂਠ ਬੋਲ ਕੇ ਗਿਆ। ਉਸੇ ਵੇਲੇ ਇਹਦੀ ਘਰ ਵਾਲੀ 'ਚ ਮਾਨੋ ਜਿਵੇਂ ਮੁਰਦੇ 'ਚ ਜਿੰਦ ਪੈਂਦੀ ਹੈ, ਉਹ ਖੁਸ਼ ਹੋਈ, ਪ੍ਰਸੰਨ ਹੋਈ ਤੇ ਆਪਣੇ ਘਰ ਰਹਿਣ ਲੱਗਾ। ਲੱਗਿਓ ਕਰਨ ਪੂਰਬ ਸਮਕਾਰੀ। ਜਿਹੜੇ ਕਾਰ ਵਿਹਾਰੇ ਦੁਕਾਨਦਾਰੀ ਦੇ ਪਹਿਲਾਂ ਕਰਦਾ ਸੀ ਮੂਲਾ, ਉਸੇ ਤਰ੍ਹਾਂ ਫਿਰ ਉਹ ਆਪਣੇ ਘਰ ਦੇ ਕੰਮ ਕਾਰਾਂ ਵਿੱਚ ਵਿਅਸਤ ਹੋ ਗਿਆ। ਇਹਨੂੰ ਸਤਿਗੁਰੂ ਜੀ ਭੁੱਲ ਗਏ। ਦੋਹਰਾ ਕੂਰੇ ਆਸਰੇ ਅਪਰ ਤਜ ਗਹੋ ਸਤਿਗੁਰ ਕੀ ਸ਼ਰਨ। ਮਹਾਕਵੀ ਕਵੀਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ, ਉਹ ਕਹਿੰਦੇ ਆ, ਹੇ ਮੇਰਿਆ ਮਨਾ, ਝੂਠੇ ਆਸਰੇ ਛੱਡ ਕੇ ਸਤਿਗੁਰਾਂ ਦੀ ਸ਼ਰਨ ਨੂੰ ਗ੍ਰਹਿਣ ਕਰ। ਆ ਦੁਨੀਆ ਦੇ ਜਿੰਨੇ ਆਸਰੇ ਨੇ ਸਭ ਝੂਠੇ ਨੇ, ਇਹ ਸੰਸਾਰ ਹੀ ਝੂਠਾ ਹੈ ਤੇ ਫਿਰ ਇਹ ਸੰਸਾਰ ਦਾ ਆਸਰਾ ਵੀ ਤਾਂ ਝੂਠਾ ਹੀ ਹੋਇਆ ਨਾ। ਸੰਸਾਰ ਝੂਠਾ ਹੈ, ਸੰਸਾਰ ਦਾ ਆਸਰਾ ਵੀ ਝੂਠ ਹੈ। ਤੁਸੀਂ ਆਖੋਗੇ ਜੇ ਝੂਠ ਹੈ ਕਿਉਂ ਨਜ਼ਰ ਆਉਂਦਾ,
ਇਹ ਨਜ਼ਰ ਤਾਂ ਆ ਰਿਹਾ ਕਿਉਂਕਿ ਉਪਾਧੀ ਹੈ। ਅਗਿਆਨ ਨੇ ਉਪਾਧੀ ਕਰਕੇ ਇਸ ਸੰਸਾਰ ਨੂੰ ਸਿਰਜ ਕੇ ਸਾਡੇ ਨੇਤਰਾਂ ਦੇ ਸਾਹਮਣੇ ਕੀਤਾ ਹੋਇਆ। ਵਾਸਤਵਿਕ ਵਿੱਚ ਜਦੋਂ ਇਹ ਉਪਾਧੀ ਦੂਰ ਹੋ ਜਾਏ ਤੇ ਫਿਰ ਇਹ ਸੰਸਾਰ ਨਹੀਂ ਹੈ। ਕੇਵਲ ਉਪਾਧੀ ਭੇਦ ਕਰਕੇ ਵਖਰੇਵਾਂ ਨਾਨਾ ਤਬ ਸੰਸਾਰ 'ਚ ਨਜ਼ਰ ਆ ਰਿਹਾ ਹੈ। 100 ਘੜਾ ਜ਼ਮੀਨ ਤੇ ਪਿਆ, 100 ਘੜਿਆਂ ਵਿੱਚ ਜਿਹੜਾ ਖਾਲੀ ਆਕਾਸ਼ ਹੈ ਸਾਰਿਆਂ ਵਿੱਚ ਇੱਕੋ ਜਿਹਾ, ਉਹਨੂੰ ਘਟਾ ਆਕਾਸ਼ ਕਹਿੰਦੇ ਹਨ। ਘੜਿਆਂ ਦੀ ਜਿਹੜੀ ਬਾਹਰਲੀ ਉਪਾਧੀ ਆ ਉਹਨਾਂ ਕਰਕੇ ਵਖਰੇਵੇਂ ਕਰਕੇ 100 ਘੜੇ ਨਜ਼ਰ ਆ ਰਹੇ ਨੇ। ਵਾਸਤਵਿਕ ਰੂਪ ਦੇ ਵਿੱਚ ਉਹਨਾਂ ਵਿੱਚ ਜਿਹੜਾ ਆਕਾਸ਼ ਹੈ ਉਹ ਤਾਂ ਇੱਕੋ ਹੀ ਹੈ ਨਾ। ਉਪਾਧੀ ਟੁੱਟੇਗੀ, ਡੰਡੇ ਨਾਲ ਘੜੇ ਤੋੜ ਦਿਓ ਸਾਰੇ, ਤੇ ਵਿਚਲੇ ਜਿੰਨੇ ਆਕਾਸ਼ ਨੇ ਉਹ ਫਿਰ ਉਹ ਵੱਖਰੇ ਵੱਖਰੇ ਰਹਿਣਗੇ ਕਿ ਇੱਕੋ ਹੀ ਹੋ ਜਾਣਗੇ? ਇੱਕੋ ਹੋ ਜਾਣਗੇ ਨਾ। ਇਉਂ ਉਪਾਧੀ ਭੇਦ ਕਰਕੇ ਨਾਨਾ ਤਬ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਪਰ ਸੱਚਾਈ ਇਹ ਹੈ ਕਿ ਕੇਵਲ ਇੱਕ ਅਕਾਲ ਪੁਰਖ ਹੀ ਸੱਤ ਹੈ, ਬਾਕੀ ਉਪਾਧੀਆਂ ਬਿਨਸਣੇ ਵਾਲੀਆਂ ਹਨ। ਇਸ ਕਰਕੇ ਕਹਿੰਦੇ ਆ ਮਹਾਕਵੀ ਜੀ ਕਿ ਹੇ ਮੇਰਿਆ ਮਨਾ, ਆ ਸੰਸਾਰ ਦੇ ਆਸਰੇ ਝੂਠੇ ਨੇ, ਝੂਠੇ ਆਸਰਿਆਂ ਨੂੰ ਛੱਡ ਕੇ ਗਹੋ ਸਤਿਗੁਰ ਕੀ ਸ਼ਰਨ, ਸਤਿਗੁਰਾਂ ਦੀ ਸ਼ਰਨ ਗ੍ਰਹਿਣ ਕਰ, ਕਿਉਂਕਿ ਗੁਰੂ ਸੱਤ ਹੈ ਔਰ ਗੁਰੂ ਦੀ ਸ਼ਰਨ ਵੀ ਸੱਤ ਹੈ। ਸਤਿਗੁਰੂ ਜੀ ਸੱਤ ਨੇ ਔਰ ਸਤਿਗੁਰਾਂ ਦੀ ਸ਼ਰਨ ਵੀ ਸੱਤ ਹੈ। ਇਸ ਕਰਕੇ ਗੁਰੂ ਦੀ ਸ਼ਰਨ ਨੂੰ ਗ੍ਰਹਿਣ ਕਰ। ਬੇਨਤੀ ਕਰਕੇ ਗੁਰਦੇਵ ਦੀ ਸ਼ਰਨ ਵਿੱਚ ਆ ਕੇ ਸ਼ਰਨ ਸੂਰ ਗੁਰਦੇਵ ਨੂੰ ਬੇਨਤੀ ਕਰਕੇ ਕਹਿ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਹੇ ਮੇਰਿਆ ਮਨਾ, ਸੱਚੇ ਸਤਿਗੁਰਾਂ ਦੀ ਸ਼ਰਨ ਨੂੰ ਗ੍ਰਹਿਣ ਕਰ। ਮਲ ਉਤਾਰ ਬੋ ਵਿਸ਼ੇ ਕੀ, ਹਰੋ ਜਨਮ ਪੁਨ ਮਰਨ। ਵਿਸ਼ਿਆਂ ਵਿਕਾਰਾਂ ਦੀ ਮੈਲ ਨੂੰ ਆਪਣੇ ਹਿਰਦੇ ਚੋਂ ਲਾਹ ਕੇ, ਹਰੋ ਜਨਮ ਪੁਨ ਮਰਨ, ਜਨਮ ਤੇ ਮਰਨ ਦੋਨਾਂ ਨੂੰ ਆਪਣੇ ਹਿਰਦੇ ਚੋਂ ਹਰ ਲੈ, ਦੂਰ ਕਰ ਲੈ। ਵਿਸ਼ਿਆਂ ਵਿਕਾਰਾਂ ਦੀ ਮੈਲ ਨੂੰ ਆਪਣੇ ਹਿਰਦੇ ਚੋਂ ਦੂਰ ਕਰਕੇ ਜਨਮ ਪੁਨ ਮਰਨ ਦੋਨਾਂ ਨੂੰ ਨਿਵਾਰ ਲੈ, ਦੂਰ ਕਰ ਲੈ ਗੁਰੂ ਦੀ ਸ਼ਰਨ ਚ ਪੈ ਕੇ। ਜੋ ਪਈ ਅਬ ਜਲਾਲ ਕੋ ਸੁਨੋ ਬਿਰਤੰਤੇ। ਇਹ ਤਾਂ ਸੀ ਮੂਲੇ ਦਾ ਪ੍ਰਸੰਗ। ਹੁਣ ਉਧਰ ਜਲਾਲ ਦੀ ਕਥਾ ਸੁਣੋ। ਪੀਰ ਜਲਾਲ ਜਿਹੜਾ ਮੱਕੇ ਨੂੰ ਗਿਆ ਸਤਿਗੁਰਾਂ ਦਾ ਬਚਨ ਮੰਨ ਕੇ, ਗੁਰਮੁਖ ਪਦ ਦੇ ਮਾਇਨੇ ਸਮਝਣ ਲਈ ਵੀ ਗੁਰਮੁਖ ਕਿਹਨੂੰ ਕਹਿੰਦੇ ਆ, ਗੁਰਮੁਖ ਦੀ ਅਵਸਥਾ ਕੀ ਹੈ, ਇਹ ਜਾਣਨ ਵਾਸਤੇ ਪੀਰ ਜਲਾਲ ਜੀ ਗਏ ਹਨ। ਸ਼੍ਰੀ ਅੰਗਦ ਜੀ ਗੁਣ ਗਨਵੰਤੇ। ਬ੍ਰਹਮ ਗਿਆਨੀ ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਨੂੰ। ਕਹਿੰਦੇ ਹੇ ਗੁਣਾਂ ਦੇ ਮਾਲਕ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਸੁਣੋ। ਸ਼੍ਰੀ ਗੁਰ ਕੋ ਬਸਾਏ ਨਿਜ ਥਾਈ। ਕਿ ਸਤਿਗੁਰੂ ਜੀ ਨੂੰ ਪੀਰ ਜਲਾਲ ਨੇ ਆਪਣੇ ਡੇਰੇ ਤੇ ਬਿਠਾਇਆ, ਛੱਡਿਆ। ਤੂਰਨ ਮਾਰਗ ਆਇਓ ਤਾਈ। ਔਰ ਪੀਰ ਜਲਾਲ ਜੀ ਨੇ ਬੜੀ ਛੇਤੀ ਨਾਲ ਪੈਂਡਾ ਤੈਅ ਕੀਤਾ। ਦੋਹਰਾ ਗਇਓ ਤਾਂ ਬਿਨ ਬਿਲਮ ਤੇ, ਜੈ ਸਾਗਰ ਕੋ ਤੀਰ। ਕਹਿੰਦੇ ਬਿਨਾਂ ਦੇਰੀ ਤੋਂ ਪੀਰ ਜਲਾਲ ਜੀ ਸਮੁੰਦਰ ਦੇ ਕੰਢੇ ਜਾ ਪਹੁੰਚੇ, ਜਿੱਥੋਂ ਜਹਾਜ਼ ਫੜਨਾ ਸੀ ਮੱਕੇ ਜਾਣ ਲਈ। ਇੱਕ ਜਹਾਜ਼ ਆਇਓ ਤਬੇ, ਚੜ ਬੈਠਿਓ ਭਿਖ ਪੀਰ। ਇੱਕ ਜਹਾਜ਼ ਆਇਆ, ਉਹ ਜਹਾਜ਼ ਵੇਖ ਕੇ ਪੀਰ ਜੀ ਉਸ ਜਹਾਜ਼ ਤੇ ਸਵਾਰ ਹੋ ਗਏ ਮੱਕੇ ਜਾਣ ਵਾਸਤੇ। ਜੋ ਪਈ ਚਲਿਓ ਜਹਾਜ਼ ਸੋ ਉਦਰ ਮਝਾਰੇ। ਸਮੁੰਦਰੀ ਜਹਾਜ਼ ਹੈ, ਉਦਦ ਸਮੁੰਦਰ ਦੇ ਵਿੱਚੋਂ ਟੁਰਿਆ ਜਾ ਰਿਹਾ ਹੈ। ਲਗਿਓ ਜਾਏ ਗਿਰ ਏਕ ਕਿਨਾਰੇ। ਕਹਿੰਦੇ ਉਹ ਜਹਾਜ਼ ਚੱਲ ਕੇ ਸਮੁੰਦਰ ਵਿੱਚ ਹੀ ਇੱਕ ਟਾਪੂ ਹੈ, ਪਹਾੜ ਹੈ, ਉਹਦੇ ਨਾਲ ਜਾ ਕੇ ਲੱਗਾ। ਉਤਰਿਓ ਤਬ ਜਹਾਜ਼ ਤੇ ਗਇਓ। ਤੇ ਪੀਰ ਜਲਾਲ ਨੇ ਵੇਖਿਆ ਵੀ ਜਹਾਜ਼ ਇੱਥੇ ਰੁਕਣਾ ਹੈ। ਇਹ ਜਹਾਜ਼ ਤੋਂ ਥੱਲੇ ਲੱਥ ਕੇ ਤੇ ਉਹ ਜਿਹੜਾ ਪਹਾੜ ਸੀ ਟਾਪੂ, ਉਹ ਵੇਖਣ ਵਾਸਤੇ ਪੀਰ ਜਲਾਲ ਜੀ ਚਲੇ ਗਏ। ਗਿਰ ਦੇਖਨ ਕੇ ਤੋਲ ਸਇਓ। ਪਹਾੜ ਬੜਾ ਸੋਹਣਾ ਸੀ, ਟਾਪੂ ਬੜਾ ਸੁੰਦਰ ਸੀ,
ਉਸ ਟਾਪੂ ਨੂੰ ਵੇਖਣ ਵਾਸਤੇ ਬੜੇ ਹੁਲਸ ਕੇ ਚਾਅ ਨਾਲ ਗਏ। ਅਤ ਸੁੰਦਰ ਮੰਦਰ ਬਹੁ ਦੇਖੇ। ਵੇਖਿਆ, ਚਲਦੇ ਚਲਦੇ ਅੱਗੇ ਤੱਕ ਚਲੇ ਗਏ ਟਾਪੂ ਵਿੱਚ। ਕੀ ਵੇਖਦੇ ਨੇ? ਬੜੇ ਸੋਹਣੇ ਮਕਾਨ ਬਣੇ ਹੋਏ ਨੇ, ਸੁੰਦਰ, ਬਹੁਤ ਹੀ ਸੁੰਦਰ ਮਕਾਨ, ਕਮਰੇ ਸੋਹਣੇ ਜੇ ਬਣੇ ਹੋਏ ਨੇ। ਜਿਨ ਮੈਂ ਸੇਜਾ ਰੁਚਰ ਬਿਸ਼ੇਖੇ। ਔਰ ਉਹਨਾਂ ਮਕਾਨਾਂ ਵਿੱਚ ਸੋਹਣੇ ਸੇਜਾਂ ਲੱਗੀਆਂ ਹੋਈਆਂ, ਬਿਸਤਰੇ ਵਿਛੇ ਹੋਏ ਨੇ। ਮਾਨਵ ਕੋ ਨੇ ਦੇਖਿਓ ਤੈਵਾ। ਚਿੱਟੇ ਰੰਗ ਦੇ ਵਿਛੋਣੇ ਵਿਛੇ ਹੋਏ ਨੇ, ਮਕਾਨ ਬੜੇ ਸੁੰਦਰ ਨੇ। ਪਰ ਹੈਰਾਨੀ ਇਹ ਹੋਈ ਪੀਰ ਜਲਾਲ ਨੂੰ ਵੇਖ ਕੇ ਵੀ ਬੰਦਾ ਕੋਈ ਨਹੀਂ ਦਿਸਦਾ ਉੱਥੇ, ਪਰ ਉਹ ਬਿਸਤਰੇ ਬੜੇ ਸਾਫ਼ ਸੁਥਰੇ ਨੇ, ਜਿੱਥੋਂ ਪਤਾ ਲੱਗਦਾ ਵੀ ਕੋਈ ਨਾ ਕੋਈ ਤਾਂ ਇੱਥੇ ਰਹਿੰਦਾ। ਕਿਉਂਕਿ ਜੇ ਉੱਥੇ ਮਿੱਟੀ ਘੱਟਾ ਖਿਲ ਰਿਹਾ ਹੁੰਦਾ ਤਾਂ ਹੁੰਦਾ ਵੀ ਸ਼ਾਇਦ ਕੋਈ ਨਹੀਂ ਰਹਿੰਦਾ। ਬੰਦਾ ਕੋਈ ਨਹੀਂ ਦਿਸਦਾ ਉੱਥੇ, ਪਰ ਸਾਫ਼ ਸਫਾਈ ਵੀ ਬਹੁਤ ਹੈ। ਪੀਰ ਜਲਾਲ ਜੀ ਵੇਖ ਕੇ ਬੜੇ ਹੈਰਾਨ ਹੋਏ। ਚਿਤ ਮੈਂ ਅਤ ਚਕਰਿਤ ਹੋਇ ਰੇਵਾ। ਮਨ 'ਚ ਬੜੇ ਚਕਰਤ ਹੋਏ, ਬਹੁਤ ਜ਼ਿਆਦਾ ਹੈਰਾਨ ਹੋਏ। ਕਰੇ ਵਿਚਾਰ ਭਿਖਿਓ ਪਰ ਦੁਖੋ। ਮਨ 'ਚ ਵਿਚਾਰ ਕੀਤੀ ਵੀ ਸ਼ਾਮ ਨੂੰ ਵੇਖਾਂਗੇ, ਕਿਉਂਕਿ ਹੋ ਸਕਦਾ ਵੀ ਜਿਹੜੇ ਬੰਦੇ ਇੱਥੇ ਰਹਿੰਦੇ ਨੇ ਨਾ ਕਮਰਿਆਂ 'ਚ, ਹੋ ਸਕਦਾ ਸ਼ਾਮ ਨੂੰ ਆਉਂਦੇ ਹੋਣ, ਦਿਨੇ ਕਿਤੇ ਜਾਂਦੇ ਹੋਣਗੇ। ਸੋਚਦਾ ਪੀਰ ਜਲਾਲ ਕਿ ਜਦੋਂ ਸ਼ਾਮ ਹੋਵੇਗੀ ਉਦੋਂ ਵੇਖਾਂਗੇ। ਨਿਸਰੈ ਅੰਨ ਉਦਰ ਨਿਜ ਪੋਖੋ। ਔਰ ਨਾਲੇ ਇੱਥੇ ਰਾਤ ਨੂੰ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਹੋ ਜਾਏਗਾ ਮੇਰੇ ਲਈ, ਔਰ ਪ੍ਰਸ਼ਾਦਾ ਛਕ ਲਵਾਂਗਾ। ਸਿੰਧ ਕਿਨਾਰ ਆਏ ਸੋ ਬੈਸਾ। ਪੀਰ ਜਲਾਲ ਜੀ ਚੱਲ ਕੇ ਸਮੁੰਦਰ ਦੇ ਕੰਢੇ ਵਾਲੇ ਪਾਸੇ, ਉਸ ਪਾਸੇ ਆ ਕੇ ਬੈਠ ਗਏ। ਕੌਤਕ ਤਾਂ ਬਿਲੋਕਿਓ ਐਸਾ। ਜਿਹੜਾ ਜਹਾਜ਼ ਸੀ ਜਿਹਦੇ ਤੇ ਆਏ, ਉਹ ਜਹਾਜ਼ ਉੱਥੋਂ ਨਿਕਲ ਗਿਆ। ਪੀਰ ਜੀ ਰਹਿ ਗਏ ਇਕੱਲੇ ਉੱਥੇ ਬੈਠੇ। ਪੀਰ ਜੀ ਨੇ ਉੱਥੇ ਇੱਕ ਕੌਤਕ ਵੇਖਿਆ ਸਮੁੰਦਰ ਦੇ ਕੰਢੇ। ਗੁਰੂ ਪਾਤਸ਼ਾਹ ਜੀ ਸਾਰੀ ਲੀਲਾ ਵਿਖਾ ਰਹੇ ਨੇ। ਸਮਝਾਣਾ ਸੀ ਪੀਰ ਜਲਾਲ ਨੂੰ ਵੀ ਗੁਰਮੁਖ ਦੀ ਅਵਸਥਾ ਕੀ ਹੁੰਦੀ, ਗੁਰਮੁਖ ਕਿਸ ਨੂੰ ਕਹਿੰਦੇ ਨੇ, ਇਹ ਸਮਝਾਣਾ ਸੀ। ਉਹਦੇ ਲਈ ਇਹ ਸਾਰੀ ਖੇਡ ਗੁਰੂ ਸਾਹਿਬ ਜੀ ਦੀ ਆਪਣੀ ਰਚੀ ਹੋਈ ਹੈ। ਸਮੁੰਦਰ ਦੇ ਕੰਢੇ ਆ ਕੇ ਜਦੋਂ ਪੀਰ ਜੀ ਬੈਠੇ ਤੇ ਕੀ ਵੇਖਦੇ ਨੇ, ਬੜੀ ਹੈਰਾਨੀ ਨਾਲ ਚਕਰਤ ਹੋ ਕੇ। ਦੋਹਰਾ ਇੱਕ ਜਹਾਜ਼ ਬੂਡਨ ਲਗਾ, ਰੋਰ ਪਰਿਓ ਤੇ ਸਮਾਏ। ਸਾਹਮਣੇ ਇੱਕ ਜਹਾਜ਼ ਲੰਘ ਰਿਹਾ ਸਮੁੰਦਰ ਚੋਂ, ਇੱਕਦਮ ਡਗਡੋਲੇ ਖਾ ਕੇ ਤੇ ਉਹ ਜਹਾਜ਼ ਡੁੱਬਣ ਲੱਗਾ। ਉਸ ਜਹਾਜ਼ ਵਿੱਚ ਜਿਹੜੇ ਬੰਦੇ ਬੈਠੇ ਨੇ ਉੱਚੀ ਉੱਚੀ ਚੀਖ ਝਾੜਾ ਪਾਈ ਬੈਠੇ ਨੇ ਵੀ ਹੁਣ ਗਏ, ਮਰ ਗਏ। ਏਦਾਂ ਉਹ ਰੋ ਰਹੇ ਹਨ। ਪੀਰ ਤੀਰ ਬੈਸਿਓ ਸੁਨਿਓ, ਬਹੁਤ ਲੋਕ ਬਿਲ ਲਾਏ। ਪੀਰ ਜੀ ਜਲਾਲ ਜੀ ਉੱਥੇ ਬੈਠੇ ਉਹ ਵੇਖ ਰਹੇ ਸੀ ਵੀ ਸਮੁੰਦਰ 'ਚ ਜਹਾਜ਼ ਡੁੱਬਣ ਲੱਗਾ। ਲੋਕ ਵਿਰਲਾਪ ਕਰ ਰਹੇ ਨੇ, ਚੀਖ ਝਾੜਾ ਪਾ ਕੇ ਪੁਕਾਰਾਂ ਕਰ ਰਹੇ ਨੇ। ਚੋਪਈ ਤਬੇ ਜਲਾਲ ਖੁਦਾਈ ਅਗਾਰੀ। ਪੀਰ ਜਲਾਲ ਨੇ ਜਦੋਂ ਵੇਖਿਆ ਵੀ ਇਹ ਜਹਾਜ਼ ਡੁੱਬੇਗਾ ਹੁਣ, ਤਾਂ ਪੀਰ ਜਲਾਲ ਨੇ ਖੁਦਾ ਅੱਗੇ ਹੱਥ ਜੋੜੇ। ਹੱਥ ਬੰਦ ਕੇ ਬਿਨੈ ਉਚਾਰੀ। ਹੱਥ ਜੋੜ ਕੇ ਪੀਰ ਜਲਾਲ ਨੇ ਖੁਦਾ ਨੂੰ ਸੰਬੋਧਨ ਕਰਕੇ ਬੇਨਤੀ ਕੀਤੀ। ਦੇਸ਼ ਵਿਦੇਸ਼ ਲੋਕ ਇਸ ਮਾਈ। ਕਹਿਣ ਲੱਗੇ, ਹੇ ਖੁਦਾ ਤੂੰ ਇਹ ਜਹਾਜ਼ ਕਾਹਨੂੰ ਡੋਬਦਾ? ਇਹਦੇ 'ਚ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਬੈਠੇ ਹੋਏ ਨੇ। ਸੁਤ ਬਨਤਾ ਤਜ ਬਨਜ ਕਰਾਈ। ਵਿਚਾਰੇ ਆਪਣੀਆਂ ਘਰ ਵਾਲੀਆਂ ਪੁੱਤਰਾਂ ਧੀਆਂ ਨੂੰ ਛੱਡ ਕੇ ਜਹਾਜ਼ 'ਚ ਬੈਠੇ ਨੇ। ਵਪਾਰੀ ਆਏ ਹੋਏ ਨੇ, ਵਪਾਰ ਕਰਨ ਲਈ ਜਾ ਰਹੇ ਨੇ। ਯਾ ਖੁਦਾਏ ਕਿਉਂ ਇਨੇ ਡੁਬਾਵੇਂ। ਏ ਖੁਦਾ ਤੂੰ ਇਹਨਾਂ ਨੂੰ ਕਿਉਂ ਡੋਬ ਕੇ ਮਾਰਨ ਲੱਗਾ? ਤੂੰ ਕਿਉਂ ਇਹਨਾਂ ਨੂੰ ਡੁਬਾਉਂਦਾ ਹੈ? ਸੰਬੰਧੀ ਸੰਗ ਸਭ ਮਰ ਜਾਵੇਂ। ਇਹ ਆਪਣੇ ਸੰਬੰਧੀਆਂ ਸਮੇਤ ਵਿਚਾਰੇ ਸਾਰੇ ਮਾਰੇ ਜਾਣਗੇ ਜੇ ਜਹਾਜ਼ ਡੁੱਬ ਗਿਆ। ਐਸੇ ਜਬੇ ਪੀਰ ਨੇ ਕਹਿਓ। ਕਹਿੰਦੇ ਜਦੋਂ ਪੀਰ ਜਲਾਲ ਨੇ ਹਾਲੇ ਇਹ ਗੱਲ ਆਖੀ ਸੀ ਖੁਦਾ ਦਾ ਨਾਂ ਲੈ ਕੇ, ਡੂਬਨ ਤੇ ਜਹਾਜ਼ ਬਚ ਰਹਿਓ। ਕਹਿੰਦੇ ਜਿਹੜਾ ਜਹਾਜ਼ ਡੁੱਬਣ ਵਾਲਾ ਸੀ ਇੱਕਦਮ ਫਿਰ ਉਸੇ ਤਰ੍ਹਾਂ ਸਿੱਧਾ ਹੋ ਕੇ ਚੱਲ ਪਿਆ। ਪੀਰ ਨੇ ਹਾਲੇ ਇਹ ਕਿਹਾ ਹੀ ਸੀ ਪੀਰ ਜਲਾਲ ਨੇ
ਕਿ ਇੱਕਦਮ ਉਹ ਜਹਾਜ਼ ਆਪਣੇ ਆਪ ਸਿੱਧਾ ਚੱਲ ਪਿਆ। ਦਿਵਸ ਬਤੀਤੇ ਪੀਰ ਵਿਚਾਰੀ। ਪੀਰ ਹੈਰਾਨ ਵੀ ਹੋਇਆ ਕਿ ਖੁਦਾ ਨੇ ਮੇਰੀ ਬੇਨਤੀ ਝੱਟ ਸੁਣ ਲਈ ਹੈ, ਜਹਾਜ਼ ਤਾਂ ਫਿਰ ਸਿੱਧਾ ਚੱਲ ਪਿਆ। ਹੈਰਾਨ ਵੀ ਹੋਇਆ। ਇੰਨੇ ਨੂੰ ਸ਼ਾਮ ਪੈ ਗਈ। ਚਲੋ ਅਬੇ ਜੈਸੇ ਜਾਚਾਰੀ। ਪੀਰ ਜਲਾਲ ਨੇ ਆਖਿਆ ਵੀ ਵਾਪਸ ਚੱਲੀਏ, ਉੱਥੇ ਜਿਹੜੇ ਸੋਹਣੇ ਮਕਾਨ ਬਣੇ ਨੇ, ਜਿੱਥੇ ਸੋਹਣੀਆਂ ਸੇਜਾਂ ਵਿਛੀਆਂ ਨੇ, ਉੱਥੇ ਚੱਲ ਕੇ ਵੇਖੀਏ ਵੀ ਕੋਈ ਰਹਿੰਦਾ ਉੱਥੇ, ਕੋਈ ਆਉਂਦਾ ਕਿ ਨਹੀਂ। ਇਹ ਵੇਖਣ ਵਾਸਤੇ ਪੀਰ ਜਲਾਲ ਜੀ ਚੱਲ ਪਏ। ਸੋਵਨਹਾਰ ਸੁਕਿਤ ਤੇ ਆਵੇ। ਕਹਿੰਦਾ ਚੱਲ ਕੇ ਵੇਖਦੇ ਆਂ ਵੀ ਜਿਹੜੀਆਂ ਉਹ ਸੋਹਣੀਆਂ ਸੇਜਾਂ ਵਿਛੀਆਂ ਨੇ, ਉਹਨਾਂ ਤੇ ਰਾਤ ਨੂੰ ਸੌਣ ਵਾਲੇ ਜਿਹੜੇ ਬੰਦੇ ਨੇ ਉਹ ਕਿੱਥੋਂ ਆਉਂਦੇ ਆ, ਕਿਹੜੇ ਪਾਸਿਓਂ ਆਉਂਦੇ ਹਨ, ਚੱਲ ਕੇ ਵੇਖੀਏ। ਸ਼ੁਭ ਸੇਜਾ ਪਰ ਰੈਨ ਬਿਤਾਵੇ। ਸੇਜਾਂ ਬੜੀਆਂ ਸੋਹਣੀਆਂ ਸਫੇਦ ਰੰਗ ਦੀਆਂ ਨੇ, ਉਹਨਾਂ ਤੇ ਆ ਕੇ ਉਹ ਆਪਣੀ ਰਾਤ ਬਤੀਤ ਕਰਦੇ ਨੇ। ਜਿਹੜੇ ਆਉਂਦੇ ਨੇ ਉੱਥੇ ਉਹ ਕਿੱਥੋਂ ਆਉਂਦੇ ਨੇ, ਚੱਲ ਕੇ ਵੇਖਦੇ ਹਾਂ। ਦੋਹਰਾ ਗਇਓ ਪੀਰ ਦੇਖੇ ਕਹਾ ਅਗਰਜ ਬੈਠੇ ਸੋਏ। ਜਦੋਂ ਪੀਰ ਜਲਾਲ ਜੀ ਉੱਥੇ ਪਹੁੰਚੇ ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਮਹਾਤਮਾ ਉੱਥੇ ਆਏ ਬੈਠੇ ਸੇਜਾਂ ਦੇ ਉੱਤੇ, ਸਭ ਆਪੋ ਆਪਣੇ ਆਸਣਾਂ ਤੇ ਚੌਂਕੜੇ ਮਾਰ ਕੇ ਬੈਠੇ ਰੱਬ ਰੱਬ ਕਰ ਰਹੇ ਨੇ। ਕੁਝ ਮਹਾਂਪੁਰਸ਼ ਨੇ, ਫਕੀਰ ਸਾਧੂ ਨੇ, ਜਿਹੜੇ ਉਹਨਾਂ ਸੇਜਾਂ ਦੇ ਉੱਤੇ ਆਣ ਕੇ ਬੈਠੇ ਹੋਏ ਨੇ। ਏਕ ਸੰਤ ਕੇ ਨਿਕਟ ਤਬ ਬੈਠੇ ਉਦੀਨ ਸੋਏ। ਪੀਰ ਜਲਾਲ ਇੱਕ ਸੰਤ ਸੀ ਉੱਥੇ, ਉਹਨਾਂ ਦੇ ਕੋਲ ਜਾ ਕੇ ਬੜਾ ਦੀਨ ਜਿਹਾ ਮਨਾ ਹੋ ਕੇ ਨਾ ਜਾ ਕੇ ਬੈਠ ਗਿਆ ਵੀ ਮੈਂ ਤਾਂ ਆਇਆ ਸੀ ਵੀ ਵੇਖਦਾ ਵੀ ਕਿੱਥੋਂ ਆਉਂਦੇ ਨੇ, ਵੀ ਇਹ ਤਾਂ ਮੇਰੇ ਆਉਣ ਤੋਂ ਪਹਿਲਾਂ ਹੀ ਆਏ ਬੈਠੇ ਨੇ, ਮੈਨੂੰ ਤਾਂ ਪਤਾ ਲੱਗਾ ਹੀ ਨਹੀਂ ਵੀ ਕਿੱਥੋਂ ਆਉਂਦੇ ਆ। ਇਹ ਜਾ ਕੇ ਇੱਕ ਮਹਾਤਮਾ ਸੀ ਉਹਨਾਂ ਵਿੱਚੋਂ, ਉਸ ਇੱਕ ਮਹਾਤਮਾ ਦੇ ਪਾਸ ਜਾ ਕੇ ਪੀਰ ਜਲਾਲ ਜੀ ਬੈਠ ਗਏ। ਚੌਪਈ ਕੁਦਰਤ ਕੋ ਆਹਾਰ ਤੇ ਨਿਆਇਓ। ਇਹਨੇ ਨੂੰ ਸ਼ਾਮ ਜਿਹੀ ਪੈ ਗਈ, ਥੋੜਾ ਥੋੜਾ ਦਿਨ ਛੁਪਣ ਵਾਲਾ ਸੀ, ਥੋੜੀ ਥੋੜੀ ਲੋ ਹਾਲੇ ਲੱਗਦੀ ਸੀ। ਤਾਂ ਉਸੇ ਵਕਤ ਕਹਿੰਦੇ ਉਹ ਜਿੰਨੇ ਵੀ ਮਹਾਤਮਾ ਬੈਠੇ ਸੀ ਸਾਧੂ, ਉਹਨਾਂ ਕੋਲ ਕੁਦਰਤੀ ਭੋਜਨ ਆਪਣੇ ਆਪ ਪਹੁੰਚਿਆ ਸਾਰਿਆਂ ਪਾਸ। ਸਭ ਅੱਗੇ ਥਾਲ ਪਰੋਸੇ ਹੋਏ ਭੋਜਨ। ਖਾਲਸਾ ਜੀ, ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਪਰਵਰਿਸ਼ ਕੁਦਰਤ ਖੁਦ ਕਰਨ ਲੱਗ ਪੈਂਦੀ ਹੈ। ਪਰਮੇਸ਼ਰ ਦੀ ਜਿਹੜੀ ਕੁਦਰਤ ਹੈ ਨਾ, ਜਿਹੜੇ ਅਕਾਲ ਪੁਰਖ ਦੀ ਬੰਦਗੀ ਕਰਦੇ ਆ, ਬੰਦਗੀ ਕਰਨ ਵਾਲੇ ਬੰਦਗੀ ਵਿੱਚ ਜਦੋਂ ਇੱਕਮਿਕ ਹੋ ਜਾਂਦੇ ਨੇ, ਫਿਰ ਉਹਨਾਂ ਦੇ ਸਰੀਰਾਂ ਦੀ ਪਰਵਰਿਸ਼ ਕੁਦਰਤ ਖੁਦ ਕਰਨ ਲੱਗ ਪੈਂਦੀ ਹੈ। ਦੁਸ਼ਟ ਦਮਨ ਦੇ ਰੂਪ 'ਚ ਸੈਂਕੜੇ ਯੁੱਗਾਂ ਤਾਈਂ ਗੁਰੂ ਕਲਗੀਧਰ ਜੀ ਬੈਠੇ ਰਹੇ ਹੇਮਕੁੰਟ ਪਰਬਤ ਤੇ। ਉੱਥੇ ਕੋਈ ਭੋਜਨ ਨਹੀਂ ਸੀ, ਸਮਾਧੀ ਸਥਿਤ ਨੇ। ਉਹਨਾਂ ਦੇ ਸਰੀਰ ਦੀ ਬਣਤਰ ਕਿਵੇਂ ਬਣੀ ਰਹੀ ਯੁੱਗਾਂ ਤਾਈਂ, ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਐ, ਉਹ ਕਹਿੰਦੇ ਕੁਦਰਤ ਫਿਰ ਉਹਨਾਂ ਦੇ ਸਰੀਰਾਂ ਦੀ ਪਰਵਰਿਸ਼ ਕਰਨ ਲੱਗ ਪੈਂਦੀ ਹੈ। ਇਹ ਜਿੰਨੇ ਸਾਧੂ ਸਨ, ਕੁਦਰਤੀ ਸਾਰਿਆਂ ਕੋਲ ਆਪਣਾ ਆਪਣਾ ਭੋਜਨ ਉਤਰ ਆਇਆ। ਮਧੁਰ ਸਾਧ ਮਧੂ ਸਮ ਮਨ ਪਾਇਓ। ਕਹਿੰਦੇ ਭੋਜਨ ਕਈ ਪ੍ਰਕਾਰ ਦੇ ਮਿੱਠੇ ਪਕਵਾਨ ਉਹ ਉਹਨਾਂ ਕੋਲ ਆਏ ਸਾਰੇ ਮਹਾਂਪੁਰਸ਼ਾਂ ਦੇ ਸਨਮੁਖ। ਬਿਨ ਭੋਜਨ ਇਹ ਬੈਸੋ ਜਹਾਂ। ਸਾਰਿਆਂ ਕੋਲ ਆ ਗਿਆ ਭੋਜਨ, ਪਰ ਜਿਹੜਾ ਪੀਰ ਜਲਾਲ ਜਿੱਥੇ ਬੈਠਾ ਸੀ ਇਹਦੇ ਕੋਲ ਨਹੀਂ ਆਇਆ। ਬਾਕੀ ਜਿੰਨੇ ਸਾਧੂ ਸੀ, ਉਹ ਜਿੰਨੇ ਮਹਾਤਮਾ ਸੀ, ਸਾਰਿਆਂ ਕੋਲ ਭੋਜਨ ਪਹੁੰਚ ਗਿਆ, ਪਰ ਪੀਰ ਜਲਾਲ ਉਸੇ ਤਰ੍ਹਾਂ ਹੀ ਬੈਠਾ, ਇਹਦੇ ਸਾਹਮਣੇ ਭੋਜਨ ਨਹੀਂ ਆਇਆ। ਭੁੱਖ ਇਹਨੂੰ ਲੱਗੀ ਹੋਈ ਹੈ। ਤੈਂ ਜੋ ਸੰਤ ਤੈਂ ਸੋ ਕਹਾ। ਇਹਦੇ ਕੋਲ ਜਿਹੜੇ ਸੰਤ ਬੈਠੇ ਸੀ, ਉਹਨਾਂ ਨੇ ਵੇਖਿਆ ਵੀ ਇਹ ਕੋਈ ਮਹਾਤਮਾ, ਵੀ ਇਹ ਵੀ ਫਕੀਰ ਹੈ ਪੀਰ ਜਲਾਲ, ਇਹਦੇ ਕੋਲ ਭੋਜਨ ਨਹੀਂ ਆਇਆ। ਤੁਮ ਕੋ ਭੋਜਨ ਕਿਉਂ ਨੈ ਆਇਓ। ਉਹ ਪੁੱਛਣ ਲੱਗੇ, ਕਹਿੰਦੇ ਭਾਈ ਤੂੰ ਇੱਥੇ ਆਇਆ, ਪਹਿਲੀ ਵੇਰ ਜਾਪਦਾ ਆਇਆ, ਤੇਰੇ ਕੋਲ ਭੋਜਨ ਕਿਉਂ ਨਹੀਂ ਆਇਆ, ਸਾਰਿਆਂ ਕੋਲ ਆ ਗਿਆ। ਵੀ ਇੱਥੇ ਤਾਂ ਕੁਦਰਤੀ ਭੋਜਨ ਆਉਂਦਾ ਪਰਮੇਸ਼ਰ ਵੱਲੋਂ ਸਾਰਿਆਂ ਕੋਲ, ਤੇਰੇ ਕੋਲ ਕਿਉਂ ਨਹੀਂ ਆਇਆ। ਏਦਾਂ ਪੀਰ ਜਲਾਲ ਨੂੰ ਇੱਕ ਮਹਾਤਮਾ ਨੇ ਪੁੱਛਿਆ। ਕਿਉਂ ਕਹਿ ਟਿਗ ਸੋ ਮੰਤ ਸਿਧਾਇਓ। ਪੀਰ ਜਲਾਲ ਨੇ ਅੱਗੋਂ ਹੱਥ ਖਾਲੀ ਕਰਕੇ ਕਹਿੰਦਾ ਜੀ ਪਤਾ ਨਹੀਂ, ਮੈਨੂੰ ਤਾਂ ਪਤਾ ਨਹੀਂ। ਉਹ ਜਿਹੜੇ ਸੰਤ ਸੀ ਨਾ, ਇਹਦੇ ਕੋਲ ਉੱਠੇ ਤੇ ਜਿਹੜਾ ਉਹਨਾਂ ਦੇ ਵੱਡੇ ਮਹੰਤ ਸੀ ਸਾਰਿਆਂ ਵਿੱਚੋਂ ਮੁਖੀ ਸੰਤ,
ਉਹਨਾਂ ਦੇ ਕੋਲੋਂ ਚੱਲ ਕੇ ਗਿਆ। ਕਯੋ ਜਾਏ ਤਿਨ ਹਮਰੇ ਤੀਰ। ਆਪਣੇ ਮੁਖੀ ਸੰਤ ਨੂੰ ਜਾ ਕੇ ਉਹਨੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜੀ ਆਪਣੇ ਪਾਸ ਇੱਕ ਕੋਈ ਅਤਿਥੀ ਆਇਆ, ਕੋਈ ਬਾਹਰੋਂ ਨਵਾਂ ਫਕੀਰ ਆਇਆ ਹੈ। ਬੈਠਿਓ ਆਏ ਸੋ ਇੱਕ ਫਕੀਰ। ਇੱਕ ਫਕੀਰ ਆ ਕੇ ਬੈਠਾ ਹੋਇਆ ਆਪਣੇ ਨੇੜੇ। ਤੈਂ ਆਹਾਰ ਨੇ ਆਇਓ ਸੁਆਮੀ। ਇਹ ਸੁਆਮੀ ਜੀ ਸਾਰਿਆਂ ਕੋਲ ਭੋਜਨ ਆ ਗਿਆ ਪਰ ਉਹਦੇ ਕੋਲ ਨਹੀਂ ਆਇਆ। ਉਹ ਫਕੀਰ ਆਇਆ ਆਪਣੇ ਪਾਸ ਨੇੜੇ, ਨਵਾਂ ਫਕੀਰ ਹੈ। ਬਾਕੀ ਸਾਰੇ ਮਹਾਂਪੁਰਸ਼ਾਂ ਕੋਲ ਭੋਜਨ ਆ ਗਿਆ ਪਰ ਉਹਦੇ ਕੋਲ ਭੋਜਨ ਨਹੀਂ ਉਤਰਿਆ। ਤਿਸ ਬਿਨ ਹਮਕੋ ਖਾਵਨ ਖਾਮੀ। ਕਹਿਣ ਲੱਗਾ ਮਹਾਰਾਜ ਜੀ ਉਹ ਅਤਿਥੀ ਹੈ ਸਾਡਾ, ਉਹਦੇ ਕੋਲ ਭੋਜਨ ਨਹੀਂ ਆਇਆ, ਜੇ ਉਹ ਨਾ ਖਾਵੇਗਾ ਉਹਦੇ ਤੋਂ ਬਿਨਾਂ ਆਪਾਂ ਖਾਵਾਂਗੇ ਤੇ ਫਿਰ ਇਹ ਗੱਲ ਯੋਗ ਨਹੀਂ ਵੀ ਉਹ ਭੁੱਖਾ ਬੈਠਾ ਹੋਵੇ ਕੋਲ ਤੇ ਅਸੀਂ ਉਹਦੇ ਕੋਲੋਂ ਭੋਜਨ ਬਹਿ ਕੇ ਛਕੀਏ, ਇਹ ਯੋਗ ਨਹੀਂ। ਨਿਜ ਆਇਸ ਕੋ ਅਬ ਫੁਰਮਾਵੋ। ਇਹ ਸੁਆਮੀ ਜੀ ਤੁਸੀਂ ਕਿਰਪਾ ਕਰਕੇ ਆਪਣੀ ਆਗਿਆ ਫਰਮਾਓ, ਆਪਣਾ ਹੁਕਮ ਫਰਮਾਓ ਕਿ ਤੁਹਾਡਾ ਕੀ ਹੁਕਮ ਹੈ। ਖਾਨ ਏਤ ਤੈਂ ਅਸਨ ਪੁਚਾਵੋ। ਕਿਰਪਾ ਕਰੋ ਵੀ ਉਹਦੇ ਛਕਣ ਵਾਸਤੇ ਉਹ ਭੋਜਨ ਉੱਥੇ ਪਹੁੰਚਦਾ ਕਰੋ। ਦੋਹਰਾ ਸੁਨ ਮਹੰਤ ਬੋਲਿਓ ਤਬੇ ਜੀਵ ਚਰ ਅਚਰ ਚਾਰ। ਸੁਣ ਕੇ ਉਹ ਮਹੰਤ ਜੀ ਬੋਲੇ, ਕਹਿਣ ਲੱਗੇ ਭਾਈ ਇਹ ਸੰਸਾਰ ਵਿੱਚ ਜਿਤਨੇ ਜੜ ਤੇ ਚੇਤਨ ਜੀਵ ਹਨ, ਚਾਹੇ ਉਹ ਜੜ ਨੇ ਚਾਹੇ ਉਹ ਚੇਤਨ ਜੀਵ ਹਨ, ਸਭ ਕੋ ਪਤ ਕਰਤਾਰ ਹੈ ਦੇਤ ਸਗਲ ਆਹਾਰ। ਉਹ ਪਰਮੇਸ਼ਰ ਸਾਰਿਆਂ ਦਾ ਪਤੀ ਹੈ ਤੇ ਸਾਰਿਆਂ ਨੂੰ ਆਹਾਰ ਦਿੰਦਾ, ਚਾਹੇ ਜੜ ਜੀਵ ਨੇ ਤੇ ਚਾਹੇ ਚੇਤਨ ਨੇ। ਆ ਜਿਹੜੇ ਦਰਖਤ ਨੇ ਜੜ ਨੇ, ਭੋਜਨ ਤਾਂ ਇਹਨਾਂ ਦਾ ਵੀ ਹੈ, ਇਹਨਾਂ ਦਾ ਭੋਜਨ ਇਹਨਾਂ ਨੂੰ ਮਿਲ ਰਿਹਾ। ਜਿਹੜੇ ਚੇਤਨ ਜੀਵ ਟੁਰੇ ਫਿਰਦੇ ਨੇ ਜੰਗਮ, ਉਹਨਾਂ ਦਾ ਭੋਜਨ ਵੀ ਪਰਮੇਸ਼ਰ ਉਹਨਾਂ ਨੂੰ ਦੇ ਰਿਹਾ। ਅਕਾਲ ਪੁਰਖ ਸਾਰਿਆਂ ਨੂੰ ਹੀ ਪਾਲਦਾ ਹੈ, ਉਹ ਸਾਰਿਆਂ ਦੀ ਪਾਲਣਾ ਕਰਦਾ ਹੈ। ਜੋ ਪਈ ਸਦਾ ਅਭੂਲ ਜਾਨੀਏ ਸੋ। ਉਹ ਕਰਤਾਰ ਸਦਾ ਅਭੁੱਲ ਹੈ, ਉਹ ਕਦੇ ਭੁੱਲਦਾ ਨਹੀਂ ਵੀ ਕਿਸੇ ਨੂੰ ਦੇਣਾ ਭੁੱਲ ਜਾਏ। ਉਹ ਕਰਤਾ ਜਿਹੜਾ ਕਰਤਾ ਆਪ ਨਾ ਭੁੱਲੈ, ਉਹ ਪ੍ਰਮਾਤਮਾ ਆਪ ਨਹੀਂ ਜੇ ਭੁੱਲਦਾ, ਉਹ ਕਰਤਾਰ ਅਭੁੱਲ ਹੈ। ਇਸਕੇ ਵਿਖੇ ਅਵਗਿਆ ਕੋ। ਆਪਣੇ ਕੋਲ ਸਾਰਿਆਂ ਕੋਲ ਜਿਹੜਾ ਭੋਜਨ ਆਉਂਦਾ ਕਰਤਾਰ ਦਾ ਭੇਜਿਆ ਆਉਂਦਾ। ਕਹਿੰਦਾ ਜੀ ਹਾਂ। ਕਹਿੰਦੇ ਜੇ ਉਹਦੇ ਕੋਲ ਕਰਤਾਰ ਨੇ ਨਹੀਂ ਭੇਜਿਆ, ਉਹ ਜਿਹੜਾ ਪੀਰ ਆਇਆ ਜਲਾਲ, ਤੇ ਇਹਦਾ ਮਤਲਬ ਹੈ ਵੀ ਉਹਦੇ 'ਚ ਕੋਈ ਨਾ ਕੋਈ ਖਾਮੀ ਹੋਵੇਗੀ, ਤਾਂ ਹੀ ਨਹੀਂ ਆਇਆ ਨਾ। ਉਹਦੇ 'ਚ ਕੋਈ ਨਾ ਕੋਈ ਖਾਮੀ ਹੋਵੇਗੀ ਕਿ ਉਹਦੇ ਕੋਲ ਕਰਤਾਰ ਦਾ ਭੋਜਨ ਭੇਜਿਆ ਨਹੀਂ ਆਇਆ। ਕਿਉਂ ਚਿੰਤਾ ਤੂੰ ਮਨ ਮੈਂ ਠਾਨੀ। ਪਿਆਰਿਆ ਤੂੰ ਆਪਣੇ ਮਨ 'ਚ ਕਿਉਂ ਚਿੰਤਾ ਕਰਦਾ ਉਹਦੀ, ਤੂੰ ਉਹਦਾ ਫਿਕਰ ਕਿਉਂ ਕਰਦਾ। ਦੇਨਹਾਰ ਤੋ ਨੇ ਅਣਜਾਣੇ। ਉਹ ਪਰਮਾਤਮਾ ਦੇਣਹਾਰ ਹੈ, ਉਹ ਅਣਜਾਣ ਥੋੜੀ ਆ। ਜੇ ਉਹਨੇ ਨਹੀਂ ਦਿੱਤਾ ਤੇ ਕੋਈ ਨਾ ਕੋਈ ਇਹਨੂੰ ਸਿਖਾਣਾ ਹੋਣਾ, ਇਹਨੂੰ ਅਕਲ ਦੇਣੀ ਹੋਣੀ ਹੈ, ਕੋਈ ਮੱਤ ਦੇਣੀ ਹੋਣੀ ਹੈ ਇਹਨੂੰ, ਤਦੇ ਹੀ ਪਰਮੇਸ਼ਰ ਨੇ ਇਹਨੂੰ ਨਹੀਂ ਦਿੱਤਾ, ਕਿਉਂਕਿ ਦੇਣ ਵਾਲਾ ਪਰਮਾਤਮਾ ਅਣਜਾਣ ਨਹੀਂ। ਤੁਮ ਟਿਗ ਆਇਓ ਖਾਈਐ ਜਾਏ। ਭਾਈ ਤੇਰੇ ਕੋਲ ਆ ਗਿਆ ਨਾ ਭੋਜਨ, ਕਹਿੰਦਾ ਜੀ ਹਾਂ। ਕਹਿੰਦੇ ਚੱਲ ਕੇ ਤੂੰ ਤਾਂ ਛਕ, ਜਿਨ੍ਹਾਂ ਜਿਨ੍ਹਾਂ ਕੋਲ ਆਇਆ ਉਹ ਛਕੋ, ਆਪਣੇ ਵਰਤਾਰੇ 'ਚ ਨਹੀਂ ਦੇਣਾ ਇਹਨੂੰ। ਇਹਨੂੰ ਜੇ ਪਰਮੇਸ਼ਰ ਨੇ ਨਹੀਂ ਭੇਜਿਆ ਤੇ ਆਪਾਂ ਦੇਾਂਗੇ ਤੇ ਫਿਰ ਪਰਮੇਸ਼ਰ ਦੇ ਸ਼ਰੀਕ ਥੋੜੀ ਬਣਨਾ ਆਪਾਂ। ਰੱਬ ਨੇ ਨਹੀਂ ਦਿੱਤਾ ਇਹਨੂੰ, ਕਿਉਂਕਿ ਜਿੱਥੇ ਆਇਆ ਬੈਠਾ ਇੱਥੇ ਪਰਮੇਸ਼ਰ ਦੇ ਰਿਹਾ ਸਾਨੂੰ ਸਾਰਿਆਂ ਨੂੰ। ਉਹਦਾ ਭੇਜਿਆ ਕੁਦਰਤ ਦੇ ਨਾਲ ਭੋਜਨ ਆਉਂਦਾ, ਇਹਦੇ ਕੋਲ ਨਹੀਂ ਆਇਆ। ਹੋ ਸਕਦਾ ਪਰਮੇਸ਼ਰ ਨੇ ਕੁਝ ਇਹਨੂੰ ਸਿਖਾਣਾ, ਤੇ ਤੁਹਾਡੇ ਕੋਲ ਆਇਆ, ਤੁਸੀਂ ਬਹਿ ਕੇ ਛਕੋ ਤੇ ਰੱਬ ਰੱਬ ਕਰੋ। ਤੈਂ ਪੈ ਆਵੇ ਅਸਨ ਸੁਖਾਏ। ਜਦੋਂ ਉਹਦੇ ਕੋਲ ਆਏਗਾ ਉਹ ਵੀ ਛਕ ਲਵੇਗਾ। ਸੁਨ ਮਹੰਤ ਤੇ ਚੱਲ ਪੁੰਨ ਆਇਓ। ਉਹ ਸੰਤ ਨੇ ਆਪਣੇ ਮਹੰਤ ਦੇ ਬੋਲ ਸੁਣੇ ਤੇ ਸੁਣ ਕੇ ਵਾਪਸ ਆਇਆ। ਬੈਠਿਓ ਨਿਜ ਭੋਜਨ ਕੋ ਖਾਇਓ। ਆ ਕੇ ਆਪਣੇ ਥਾਲ 'ਚ ਉਹ ਤਾਂ ਬਹਿ ਕੇ ਭੋਜਨ ਛਕਣ ਲੱਗ ਪਿਆ। ਪੀਰ ਜਲਾਲ ਕੋਲ ਭੁੱਖਾ ਬੈਠਾ ਰਿਹਾ। ਉਹ ਵੇਖੀ ਜੇ ਵੀ ਮੇਰੇ ਵਾਸਤੇ ਤਾਂ ਕੋਈ ਪ੍ਰਬੰਧ ਨਹੀਂ ਹੋਇਆ। ਉਹ ਕਹਿੰਦਾ ਇਹਨਾਂ ਵਾਸਤੇ ਕਿਹੜਾ ਕੋਈ ਮੈਂ ਪ੍ਰਬੰਧ ਕੀਤਾ, ਜਾਂ ਇਹਨਾਂ ਨੇ ਕਿਹੜਾ ਆਪਣੇ ਆਪ ਕੋਈ ਪ੍ਰਬੰਧ ਕੀਤਾ। ਇਹਨਾਂ ਦਾ ਪ੍ਰਬੰਧ ਭੋਜਨ ਦਾ ਪਰਮੇਸ਼ਰ ਪਿਆ ਕਰਦਾ, ਅਕਾਲ ਪੁਰਖ ਪਿਆ ਕਰਦਾ।
ਖਾਲਸਾ ਜੀ, ਪਰਮੇਸ਼ਰ ਸਭ ਦਾ ਪ੍ਰਬੰਧ ਸਰਬ ਥਾਵਾਂ ਤੇ ਕਰਨੇ ਵਾਲਾ ਹੈ, ਉਹ ਨਿਰੰਕਾਰ ਹੈ। ਇੱਕ ਮਹਾਤਮਾ ਬੜੀ ਸਿੱਧ ਅਵਸਥਾ ਦੇ ਮਾਲਕ, ਨੇਤਰ ਨਹੀਂ ਸਨ ਉਹਨਾਂ ਦੇ। ਉਹ ਪਟਨਾ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਸਟੇਸ਼ਨ ਤੇ ਖੜੇ ਇਕੱਲੇ, 80 ਜਾਣ, ਅੱਖਾਂ ਕੰਮ ਨਹੀਂ ਸਨ ਕਰਦੀਆਂ, ਨੇਤਰ ਨਹੀਂ ਸਨ ਉਹਨਾਂ ਦੇ, ਵੇਖ ਨਹੀਂ ਸਨ ਸਕਦੇ, ਪਰ ਹੱਸ ਰਹੇ ਨੇ, ਬੜੇ ਖੁਸ਼, ਬੜੇ ਪ੍ਰਸੰਨ। ਉਹਨਾਂ ਨੂੰ ਖੁਸ਼ ਹੋਇਆ ਵੇਖ ਕੇ ਸਾਹਮਣੇ ਇੱਕ ਬੰਦਾ ਉਹਨਾਂ ਨੂੰ ਕਹਿਣ ਲੱਗਾ, ਮਹਾਰਾਜ ਕੀ ਮਿਲ ਗਿਆ, ਬੜੇ ਖੁਸ਼ ਹੋ? ਉਹ ਕਹਿੰਦੇ, ਬੇਟਾ ਇੰਨਾ ਕੁਝ ਮਿਲਿਆ ਵੀ ਖੁਸ਼ੀ ਦਾ ਅੰਦਾਜ਼ਾ ਹੀ ਕੋਈ ਨਹੀਂ, ਤੇ ਉਹਦੇ ਵਿੱਚੋਂ ਤੈਨੂੰ ਮੈਂ ਵੀ ਹਿੱਸਾ ਦਿਆਂਗਾ। ਉਹ ਕਹਿਣ ਲੱਗਾ ਵੀ ਜੋ ਇੰਨਾ ਕੁਝ ਮਿਲਿਆ, ਇੰਨੇ ਖੁਸ਼ ਨੇ, ਕਹਿੰਦੇ ਉਹਦੇ ਵਿੱਚੋਂ ਤੈਨੂੰ ਹਿੱਸਾ ਦਿਆਂਗਾ। ਉਹ ਬੜਾ ਹੈਰਾਨ ਹੋਇਆ, ਕਹਿੰਦਾ ਮਹਾਰਾਜ ਮੈਂ ਕੀ ਕਰਾਂ ਤੁਹਾਡੇ ਲਈ ਸੇਵਾ, ਦੱਸੋ? ਕਹਿੰਦੇ ਏਦਾਂ ਕਰ ਵੀ ਜਾ, ਪਟਨਾ ਸਾਹਿਬ ਦੀਆਂ 2 ਟਿਕਟਾਂ ਲੈ ਆ, ਇੱਕ ਆਪਣੇ ਵਾਸਤੇ, ਇੱਕ ਮੇਰੇ ਵਾਸਤੇ। ਹੁਣ ਉਹਦੀ ਪੈਸੇ ਆਪਣੀ ਜੇਬ ਚ, ਉਹ ਵੀ ਹੈਰਾਨ ਹੋਵੇ ਵੀ ਇਹ ਤਾਂ ਹੁਕਮ ਪਿਆ ਕਰਦਾ ਮੈਨੂੰ। ਉਹ ਗਿਆ, ਜਾ ਕੇ ਉਹਨੇ 2 ਟਿਕਟਾਂ ਲਈਆਂ, ਇੱਕ ਆਪਣੇ ਵਾਸਤੇ ਲੈ ਲਈ, ਇੱਕ ਸੰਤ ਜੀ ਵਾਸਤੇ ਲੈ ਲਈ। ਟਿਕਟਾਂ ਲੈ ਕੇ ਆ ਕੇ ਟਿਕਟਾਂ ਦਿੱਤੀਆਂ ਤੇ ਪੁੱਛਣ ਲੱਗਾ, ਕਹਿੰਦਾ ਹਾਂ ਮਹਾਰਾਜ, ਹੁਣ ਤੁਸੀਂ ਕਹਿੰਦੇ ਸੀ ਵੀ ਤੁਹਾਨੂੰ ਜੋ ਕੁਝ ਮਿਲਿਆ ਉਹਦੇ ਚੋਂ ਮੈਨੂੰ ਵੀ ਕੁਝ ਦਿਓਗੇ, ਤੇ ਤੁਸੀਂ ਬੜੇ ਖੁਸ਼ ਸੀ, ਦੱਸੋ? ਕਹਿਣ ਲੱਗਾ ਵੀ ਮੇਰੀ ਖੁਸ਼ੀ ਦਾ ਅੰਦਾਜ਼ਾ ਇਸ ਕਰਕੇ ਨਹੀਂ ਕਿ ਜੋ ਹਰ ਜਗ੍ਹਾ ਤੇ ਮੇਰੀ ਵਿਵਸਥਾ ਕਰ ਦੇਵੇ, ਕਹਿੰਦੇ ਹਰ ਥਾਂ ਤੇ ਮੇਰੀ ਵਿਵਸਥਾ ਕਰ ਦੇਵੇ, ਉਹਦੇ ਵਰਗਾ ਅਕਾਲ ਪੁਰਖ ਪਰਮੇਸ਼ਰ ਜੋ ਮੇਰੇ ਨਾਲ ਇੰਨਾ ਸਨੇਹ ਕਰਦਾ, ਮੈਨੂੰ ਹਰ ਜਗ੍ਹਾ ਤੇ ਮਿਲ ਜਾਂਦਾ ਹੈ। ਕਹਿੰਦਾ ਅੱਜ ਵੇਖ, ਮੇਰੇ ਕੋਲ ਜੇਬ 'ਚ ਪੈਸੇ ਨਹੀਂ ਸੀ, ਉਹਨੇ ਤੈਨੂੰ ਭੇਜ ਦਿੱਤਾ, ਤੂੰ ਮੇਰੀ ਵੀ ਟਿਕਟ ਲੈ ਆ, ਆਪਣੀ ਵੀ ਲੈ ਆ, ਖੀਸਾ ਤੇਰਾ ਤੇ ਹੱਥ ਮੇਰਾ ਬਣਾ ਦਿੱਤਾ। ਕਹਿੰਦਾ ਹੋਰ ਦੱਸ ਵੀ ਮੈਨੂੰ ਇਹਦੇ ਤੋਂ ਵੱਧ ਕੀ ਚਾਹੀਦਾ? ਸਤਿ ਸ੍ਰੀ ਅਕਾਲ। ਉਹ ਪਰਮੇਸ਼ਰ ਸਰਬ ਦੀ ਵਿਵਸਥਾ ਸਰਬ ਥਾਈਂ ਕਰ ਦਿੰਦਾ। ਸਵਾਮੀ ਰਾਮ ਤੀਰਥ ਜੀ ਹੋਏ ਬੜੇ ਮਹਾਂਪੁਰਸ਼, ਜਿਨ੍ਹਾਂ ਦੀ ਜੀਵਨੀ ਪ੍ਰੋਫੈਸਰ ਪੂਰਨ ਸਿੰਘ ਹੋਣਾ ਨੇ ਲਿਖੀ। ਉਹ ਪ੍ਰੋਫੈਸਰ ਪੂਰਨ ਸਿੰਘ ਜਿਨ੍ਹਾਂ ਨੇ ਬਚਨ ਕਹੇ ਨੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ, ਪ੍ਰੋਫੈਸਰ ਪੂਰਨ ਸਿੰਘ, ਉਹਨਾਂ ਨੇ ਜੀਵਨੀ ਲਿਖੀ ਸਵਾਮੀ ਰਾਮ ਤੀਰਥ ਜੀ ਦੀ। ਉਹ ਜਾਪਾਨ ਗਏ ਨਾ ਪਹਿਲੀ ਵਾਰ, ਸਮੁੰਦਰੀ ਜਹਾਜ਼ ਤੋਂ ਥੱਲੇ ਉਤਰੇ ਤੇ ਕੋਈ ਲੈਣ ਨਹੀਂ ਆਇਆ ਉਹਨਾਂ ਨੂੰ। ਬਾਕੀ ਜਿਹੜੇ ਜਿਹੜੇ ਮੁਸਾਫਰ ਆਏ ਸਾਰੇ ਉਹਨਾਂ ਨੂੰ ਲੈਣ ਪਹੁੰਚੇ, ਸਭ ਲੈ ਕੇ ਚਲੇ ਗਏ। ਸਵਾਮੀ ਰਾਮ ਤੀਰਥ ਜੀ ਇਕੱਲੇ ਖੜੇ। ਉਹਨਾਂ ਨੂੰ ਵੇਖ ਕੇ ਇੱਕ ਉੱਥੇ ਹੀ ਪੋਰਟ ਤੇ ਬੈਠਾ ਸੀ ਬੰਦਾ, ਉਹ ਵੇਖ ਕੇ ਬੜਾ ਚਿੰਤਤ ਜਾਂ ਹੈਰਾਨੀ ਜੀ ਨਾਲ ਕਹਿੰਦਾ ਵੀ ਇਹਨਾਂ ਨੂੰ ਕੋਈ ਲੈਣ ਹੀ ਨਹੀਂ ਆਇਆ। ਉਹ ਗਿਆ, ਜਾ ਕੇ ਕਹਿਣ ਲੱਗਾ, ਸਵਾਮੀ ਜੀ, ਸੰਤ ਜੀ, ਵੀ ਤੁਹਾਨੂੰ ਕੋਈ ਲੈਣ ਨਹੀਂ ਆਇਆ। ਉਹ ਕਹਿਣ ਲੱਗੇ, ਤੂੰ ਤਾਂ ਆ ਗਿਆ ਬੇਟਾ, ਤੈਨੂੰ ਤਾਂ ਮੇਰੇ ਭਗਵਾਨ ਨੇ, ਰਾਮ ਨੇ ਭੇਜ ਦਿੱਤਾ, ਤੂੰ ਤਾਂ ਆ ਗਿਆ। ਕਹਿੰਦਾ ਮੈਂ ਤਾਂ ਉਦਾਂ ਪੁੱਛਣ ਆਇਆ। ਕਹਿੰਦੇ ਵੀ ਤੇਰੇ ਨਾਲ, ਉਹ ਕਹਿੰਦਾ ਮੈਂ ਕਿਹੜਾ ਤੁਹਾਨੂੰ ਜਾਣਦਾ? ਕਹਿੰਦੇ ਮੈਂ ਤਾਂ ਤੈਨੂੰ ਜਾਣਦਾ ਹਾਂ, ਤੇਰੇ ਨਾਲ ਤਾਂ ਮੇਰਾ ਸਨੇਹ ਹੀ ਬੜਾ। ਉਹ ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਵੀ ਬਾਕੀ ਵੇਖ ਕਿੰਨੇ ਸੈਂਕੜੇ ਲੋਕ ਟੁਰੇ ਫਿਰਦੇ ਇੱਥੇ, ਕਿਸੇ ਨੂੰ ਮੇਰੀ ਚਿੰਤਾ ਹੋਈ ਆ ਵੀ ਇਕੱਲਾ ਖੜਾ, ਤੈਨੂੰ ਚਿੰਤਾ ਹੋਈ ਆ ਮੇਰੀ ਵੀ ਇਕੱਲਾ ਖੜਾ। ਇਹਦਾ ਮਤਲਬ ਤੇਰੇ ਅੰਦਰ ਤੇ ਮੇਰਾ ਕੋਈ ਸੰਬੰਧ ਹੈ ਨਾ ਪੂਰਵਲੇ ਜਨਮ ਦਾ, ਤਾਂ ਹੀ ਤੂੰ ਮੇਰੀ ਚਿੰਤਾ ਕੀਤੀ ਤੇ ਕੋਲ ਆਇਆ। ਉਸੇ ਵੇਲੇ ਚਰਨੀ ਢਹਿ ਕੇ ਕਹਿੰਦਾ, ਚਲੋ ਮਹਾਰਾਜ ਮੇਰੇ ਘਰ ਹੀ ਚੱਲਦੇ ਆ। ਰੱਬ ਦੇ ਪਿਆਰੇ ਪਰਮੇਸ਼ਰ ਦੇ ਆਸ਼ਰਿਤ ਹੁੰਦੇ ਆ, ਉਹਨਾਂ ਦੀ ਵਿਵਸਥਾ ਹਰ ਜਗ੍ਹਾ ਤੇ ਪਾਰ ਬ੍ਰਹਮ ਪਰਮੇਸ਼ਰ ਜੀ ਕਰ ਦਿੰਦੇ। ਪੀਰ ਜਲਾਲ ਬੈਠਾ ਰਿਹਾ ਭੁੱਖਾ, ਬਾਕੀ ਸਾਰੇ ਸੰਤਾਂ ਦੀ ਵਿਵਸਥਾ ਹੋ ਗਈ, ਭੋਜਨ ਦੀ ਪਰਮੇਸ਼ਰ ਨੇ ਕਰ ਦਿੱਤੀ, ਉਹਦੀ ਨਹੀਂ ਕੀਤੀ। ਤੇ ਮਹੰਤ ਜੀ ਕਹਿ ਰਹੇ ਨੇ ਇਹਦਾ ਮਤਲਬ ਵੀ ਇਹਦੇ 'ਚ ਕੋਈ ਖਾਮੀ ਆ, ਤਦੇ ਨਹੀਂ ਗੱਲ ਬਣੀ। ਉਹ ਖਾਮੀ ਨਾ ਹੁੰਦੀ ਤੇ ਇਹਦੀ ਵਿਵਸਥਾ ਵੀ ਹੋ ਜਾਂਦੀ। ਪੀਰ ਜਲਾਲ ਭੁੱਖਾ ਬੈਠਾ ਰਿਹਾ, ਬਾਕੀ ਜਿੰਨੇ ਉਹ ਮਹਾਤਮਾ ਸਨ ਸਾਰੇ ਬਹਿ ਕੇ ਭੋਜਨ ਛਕ ਰਹੇ ਨੇ। ਦੋਹਰਾ ਨਿਸ ਜਲਾਲ ਭੂਖਾ ਰਿਓ, ਮਨ ਮੈਂ ਕਰਤ ਵਿਚਾਰੇ। ਰਾਤ ਨੂੰ ਜਲਾਲ ਭੁੱਖਾ ਹੀ ਰਿਹਾ ਤੇ ਮਨ ਹੀ ਮਨ ਵਿਚਾਰ ਕਰਦਾ। ਆਵਤ ਇਹ ਦੇਖੇ ਨਹੀਂ,
ਜਾਵਤ ਲਿਓ ਨਿਹਾਰ। ਕਹਿੰਦੇ ਆਉਂਦੇ ਵੇਖੇ ਨਹੀਂ ਇਹ ਸੰਤ ਕਿੱਥੋਂ ਆਏ ਨੇ। ਕਹਿੰਦਾ ਸਵੇਰੇ ਜਦੋਂ ਜਾਣਗੇ, ਜਾਂਦੇ ਕਿੱਥੇ ਨੇ ਉਹ ਤਾਂ ਵੇਖਾਂਗਾ ਨਾ, ਮੈਂ ਜਾਗਦਾ, ਅੱਜ ਸੌਣਾ ਨਹੀਂ ਰਾਤ ਨੂੰ, ਭੁੱਖੇ ਨਾਲੇ ਕਿਹੜਾ ਨੀਂਦ ਆਉਣੀ ਹੈ। ਕਹਿੰਦਾ ਅੱਜ ਜਾਗਦਾ ਵੀ ਸਵੇਰੇ ਜਾਂਦੇ ਕਿੱਧਰ ਨੂੰ ਨੇ, ਪਿੱਛੇ ਪਿੱਛੇ ਜਾਵਾਂਗਾ ਇਹਨਾਂ ਦੇ ਵੀ ਕਿੱਧਰ ਜਾਂਦੇ ਨੇ, ਆਉਂਦੇ ਤਾਂ ਵੇਖੇ ਨਹੀਂ। ਇਹ ਰਾਤ ਬੈਠ ਗਿਆ। ਉਹ ਮਹਾਂਪੁਰਸ਼ ਮਹਾਤਮਾ ਜਿਵੇਂ ਇਹਨੂੰ ਉਪਦੇਸ਼ ਦੇ ਰਹੇ ਨੇ, ਇਹਨੂੰ ਸਮਝ ਪੈ ਰਹੀ ਆ ਵੀ ਗੁਰਮੁਖ ਕਿਹਨੂੰ ਕਹਿੰਦੇ ਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਕੱਲ ਮਹਾਰਾਜ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਹੈ। ਕੱਲ ਦੇ ਦਿਨ ਪਾਤਸ਼ਾਹ ਨੇ ਬਡਾਲੀ ਦੀ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ। ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸਬੰਧ 'ਚ ਕੱਲ ਸਵੇਰੇ ਜਿੱਥੇ ਅਖੰਡ ਪਾਠਾਂ ਦੇ ਭੋਗ ਪੈਣਗੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਕੱਲ ਸ਼ਾਮ ਨੂੰ ਦੀਵਾਨ ਹਾਲ ਵਿੱਚ 7:30 ਤੋਂ 10 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਹੋ ਰਹੇ ਨੇ, ਜਿਨ੍ਹਾਂ ਸਮਾਗਮਾਂ 'ਚ ਢਾਡੀ ਸਿੰਘ ਮਹਾਰਾਜ ਜੀ ਦੀਆਂ ਵਾਰਾਂ ਗਾਉਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਮਿੱਸੇ ਪ੍ਰਸ਼ਾਦਿਆਂ ਦਾ ਭੋਜਨ ਲੰਗਰ ਵੀ ਵਰਤੇਗਾ, ਲੱਸੀ ਦਾ ਲੰਗਰ ਵਰਤੇਗਾ। ਆਪ ਜੀ ਨੇ ਹਾਜ਼ਰੀਆਂ ਭਰਨੀਆਂ ਨੇ। ਕੱਲ ਦਿਨੇ ਵੀ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਹਰ ਸਾਲ ਜੋ ਇਸ ਸਥਾਨ ਤੇ ਵਰਤਦਾ ਹੈ, ਤੋ ਸੰਗਤਾਂ ਨੂੰ ਬੇਨਤੀ ਹੈ ਘਰਾਂ ਵਿੱਚੋਂ ਵੀ ਪ੍ਰਸ਼ਾਦੇ ਮਿੱਸੇ ਪਕਾ ਕੇ ਦਹੀਂ, ਲੱਸੀ, ਅਚਾਰ ਆਦਿਕ ਗੁਰੂ ਕੇ ਲੰਗਰਾਂ 'ਚ ਹਾਜ਼ਰ ਕਰੋ ਔਰ ਸੇਵਾਵਾਂ ਨਿਭਾ ਕੇ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸੇ ਤਰ੍ਹਾਂ ਕੱਲ ਨਵੀਨ ਗੁਰਦੁਆਰਾ ਸਿੰਘ ਸਭਾ ਤੋਂ ਤਕਰੀਬਨ ਸਵੇਰੇ 11:30 ਵਜੇ ਨਗਰ ਕੀਰਤਨ ਆਰੰਭ ਹੋਵੇਗਾ, ਉਹਦੇ ਵਿੱਚ ਵੀ ਸ਼ਮੂਲੀਅਤ ਕਰੋ। ਖਾਲਸਾ ਜੀ ਬੱਚਿਆਂ ਨੂੰ ਜੋ ਗੁਰਮਤਿ ਸਿਖਲਾਈ ਕੈਂਪ ਅੱਜ ਉਹਦੀ ਆਰੰਭਤਾ ਹੋ ਗਈ ਹੈ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ। ਜਿਨ੍ਹਾਂ ਨੇ ਹਾਲੇ ਆਪਣੇ ਬੱਚਿਆਂ ਨੂੰ ਇਸ ਕੈਂਪ 'ਚ ਸ਼ਮੂਲੀਅਤ ਨਹੀਂ ਕਰਾਈ, ਅੱਜ ਦਾ ਦਿਨ ਹੈ, ਆਪ ਜੀ ਫਾਰਮ ਭਰ ਕੇ ਬੱਚਿਆਂ ਨੂੰ ਗੁਰਮਤਿ ਸਿਖਲਾਈ ਕੈਂਪ 'ਚ ਸ਼ਮੂਲੀਅਤ ਕਰਵਾਓ ਔਰ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਇਤਿਹਾਸ ਤੋਂ, ਗੁਰੂ ਪਾਤਸ਼ਾਹ ਜੀ ਦੀ ਬਾਣੀ ਤੋਂ ਬੱਚਿਆਂ ਨੂੰ ਜਾਣੂ ਕਰਾਓ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਗੁਰੂ ਕੀ ਬਾਣੀ ਨਾਲ ਜੁੜ ਕੇ ਆਪਣੇ ਜੀਵਨ ਦਾ ਨਿਰਵਾਹ ਕਰ ਸਕਣ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁ